ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਰਾਣਾ ਰਾਉ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਪੁੱਛੋ ਜਾਏ ਸਿਆਣਿਆ ਅਗੈ ਮਿਲਣ ਕੇ ਨਾ। ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ। ਨਾਨਕ ਕਿਸਨੁ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਇੱਕ ਸੱਜਣ ਚਲੇ ਇੱਕ ਚੱਲ ਗਏ ਰਹਿੰਦੇ ਭੀ ਫੁਨ ਜਾਏ। ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਏ। ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਏ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਫਰਮਾਨ ਹਨ। ਜੋ ਆਇਆ ਸੋ ਚੱਲਸੀ ਸਭ ਕੋਈ ਆਈ ਬਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉ ਸਹਿਬ ਮਨੋ ਵਿਸਾਰੀ ਹੈ। ਹੋਰ ਬੇਅੰਤ ਪ੍ਰਮਾਣ ਹਨ ਗੁਰਬਾਣੀ ਅੰਦਰ। ਜਿਸ ਦਾ ਵੀ ਸੰਸਾਰ ਦੇ ਵਿੱਚ ਆਉਣਾ ਹੋਇਆ ਹੈ, ਜੋ ਆਇਆ ਹੈ, ਜਿਹਦਾ ਜਨਮ ਹੈ, ਉਸ ਦਾ ਇੱਕ ਦਿਨ ਮਰਨ ਵੀ ਹੋਣਾ। ਇਸੇ ਤਰ੍ਹਾਂ
ਭਾਈ ਮੱਘਰ ਸਿੰਘ ਜੀ, ਜਿਤਨੀ ਕੁ ਸਵਾਸਾਂ ਦੀ ਪੂੰਜੀ ਪਰਮੇਸ਼ਰ ਦੇ ਕੋਲੋਂ ਪ੍ਰਾਪਤ ਹੋਈ, ਸਾਹ ਗਿਣਤੀ ਦੇ ਮਿਲਦੇ ਆ ਸਭ ਨੂੰ। ਮੇਰੇ ਕੋਲ, ਤੁਹਾਡੇ ਕੋਲ, ਹਰ ਇੱਕ ਦੇ ਕੋਲ ਸਾਹ ਜਿਹੜੇ ਆ ਪ੍ਰੇਮੀਓ ਗਿਣਤੀ ਦੇ ਨੇ। ਜਿਸ ਦਿਨ ਇਹਨਾਂ ਸਾਹਾਂ ਦੀ ਗਿਣਤੀ ਪੂਰੀ ਹੋ ਗਈ, ਉਸ ਦਿਨ ਹੀ ਸਾਡਾ ਦੁਨੀਆ ਚੋਂ, ਸੰਸਾਰ ਵਿੱਚੋਂ ਜਾਣਾ ਹੋ ਜਾਣਾ। ਕੋਈ ਮੰਨੇ ਨਾ ਮੰਨੇ, ਕੋਈ ਬਹਾਨਾ ਬਣੇ ਨਾ ਬਣੇ, ਕੀ ਬਣਦਾ ਪਤਾ ਨਹੀਂ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੁ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਰੱਬ ਚੇਤੇ ਹੈ ਮਰਨਾ ਸੌਖਾ ਹੋ ਜਾਣਾ, ਨਹੀਂ ਜਾਨ ਬੜੀ ਔਖੀ ਨਿਕਲਣੀ ਹੈ ਭਾਈ। ਡਰ ਲੱਗਦਾ, ਹਰ ਇੱਕ ਬੰਦਾ ਡਰਦਾ ਜੀ। ਮਰਨੇ ਤੇ ਸਭ ਜਗਤ ਡਰੈ, ਜੀਵਿਆਂ ਲੂੜੇ ਸਭ ਕੋਏ। ਕੋਈ ਨਹੀਂ ਮਰਨਾ ਚਾਹੁੰਦਾ, ਹਰ ਕੋਈ ਬੰਦਾ ਜਿਉਣਾ ਚਾਹੁੰਦਾ। ਜੇ ਜਿਉਣਾ ਚਾਹੁੰਦੇ ਆ ਨਾ, ਤਾਂ ਹੀ ਸਾਡੀਆਂ ਮੁੱਦਤਾਂ ਦੀਆਂ ਆਸਾਂ ਨੇ, ਫਿਊਚਰ ਪਲੈਨਿੰਗਾਂ ਨੇ। ਇਹ ਵੀ ਨਹੀਂ ਵੀ ਨਾ ਬਣਾਓ, ਬਣਾਈਏ। ਇੱਕ ਚੀਜ਼ ਹੈ ਜੋ ਬੰਦਾ ਭੁੱਲ ਜਾਂਦਾ, ਮੌਤ। ਖਾਣਾ ਪੀਣਾ ਹੱਸਣਾ ਸੌਣਾ, ਬਿਸਰ ਗਿਆ ਹੈ ਮਰਨਾ। ਖਾਣਾ ਪੀਣਾ ਰਹਿ ਗਿਆ ਜੀ, ਹੱਸਣਾ ਸੌਣਾ ਬਸ। ਮਰਨਾ ਵਿਸਾਰਤਾ ਬੰਦੇ ਨੇ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਰੱਬ ਨੂੰ ਭੁਲਾ ਕੇ, ਪਰਮੇਸ਼ਰ ਨੂੰ ਭੁਲਾ ਕੇ ਖੁਆਰ ਹੋਣਾ। ਹਰ ਵਿਸਰਤ ਸਦਾ ਖੁਆਰੀ। ਆ ਸਦਾ ਸੰਸਾਰ ਵਿੱਚ ਅਸੀਂ ਨਹੀਂ ਰਹਿਣਾ ਜੀ। ਸੁਪਨੇ ਜਿਉਂ ਸੰਸਾਰ, ਸੁਪਨੇ ਵਾਂਗ ਸਭ ਕੁਛ। ਫਿਰ ਬਾਣੀ ਕਹਿੰਦੀ ਹੈ, ਪ੍ਰਾਣੀ ਏਕੋ ਨਾਮ ਧਿਆਵੋ। ਇੱਕ ਨਾਮ ਧਿਆਓ ਰੱਬ ਦਾ। ਚੰਗੀ ਸੋਚ ਵਿਚਾਰ ਅਪਣਾ ਕੇ ਰੱਖੋ। ਇੱਕ ਨਾਮ ਧਿਆਓ, ਆਪਣੀ ਪਤ ਸੇਤੀ ਕਰ ਜਾਵੋ। ਆਪਣੀ ਇੱਜ਼ਤ ਬੰਦਾ ਆਪ ਲੈ ਕੇ ਜਾਵੇ। ਇਹ ਨਾ ਸੋਚੇ ਮੇਰੇ ਬਾਅਦ ਚ ਮੇਰੇ ਧੀਆਂ ਪੁੱਤਾਂ ਨੇ, ਰਿਸ਼ਤੇਦਾਰਾਂ ਨੇ, ਸਾਕ ਸੰਬੰਧੀਆਂ ਨੇ ਮੇਰੀ ਅੰਤਮ ਅਰਦਾਸ ਕਰਨੀ ਹੈ, ਪਾਠ ਕਰਾਉਣਾ ਹੈ, ਪੂਜਾ ਕਰਾਉਣੀ ਹੈ, ਲੰਗਰ ਲਾਉਣਾ ਹੈ ਨਾ ਜੀ। ਪਰ ਉੱਥੇ ਨਹੀਂ ਇਹ ਪਤਾ ਲੱਗਦਾ ਕਿ ਸਾਡਾ ਕਰਿਆ ਹੋਇਆ ਉਹਦੇ ਨਿਮਿਤ ਪ੍ਰਵਾਨ ਹੋਇਆ ਜਾਂ ਨਾ ਹੋਇਆ। ਵਿਛੜੇ ਰੂਹ ਦੇ ਨਿਮਰਤਾ ਆਪਾਂ ਬਾਣੀ ਪੜ੍ਹਦੇ ਆ, ਕਥਾ ਵਿਚਾਰਾਂ ਆ ਹੋ ਰਹੀਆਂ ਨੇ। ਸਾਡਾ ਫਰਜ਼ ਹੈ, ਮੈਂ ਅੰਤੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਗੁਰਬਾਣੀ ਦੀ ਵਿਚਾਰ ਕਰਨੀ ਆਪਾਂ ਕਿ ਪਿੱਛੋਂ ਬੰਦੇ ਦੇ ਕੀਰਤਨ ਕਰਨਾ, ਵਿਚਾਰਾਂ ਕਰਨੀਆਂ ਨੇ ਰੱਬ ਦੇ ਰਾਹ ਦੀਆਂ, ਤਾਂ ਜੋ ਸਾਨੂੰ ਵੀ ਕਿਸੇ ਨੂੰ ਆਪਣਾ ਅਖੀਰੀ ਸਮਾਂ ਚੇਤੇ ਆ ਜਾਏ, ਮੌਤ ਚੇਤੇ ਆ ਜਾਏ। ਮੌਤ ਚੇਤੇ ਆ ਗਈ ਤਾਂ ਰੱਬ ਚੇਤੇ ਆ ਜਾਣਾ। ਰੱਬ ਔਖਾ ਬੜਾ ਹੈ। ਕਲਯੁਗ ਦਾ ਪਹਿਰਾ ਹੀ ਇੰਨਾ ਚੜਿਆ ਹੋਇਆ। ਰੱਬ ਰੱਬ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਜੀ। ਵੇਖਦੇ ਹਾਂ ਆਪਾਂ, ਹੁਣ ਇੱਥੇ ਹੀ ਲਾ ਲਓ, ਕਿੰਨੀ ਸੰਗਤ ਆ ਰਹੀ ਆ, ਅੰਦਰ ਕਿੰਨੇ ਕੁ ਬੈਠੇ ਆਪਾਂ। ਔਖਾ ਬੜਾ ਕਲਯੁਗ ਹੈ, ਬਹੁਤ ਔਖਾ। ਆਖਣ ਔਖਾ, ਸੁਣਨ ਔਖਾ। ਆਖਣਾ ਵੀ ਔਖਾ ਹੈ ਰੱਬ ਦਾ ਨਾਮ, ਸੁਣਨਾ ਵੀ ਔਖਾ ਹੈ। ਮੌਤ ਚੇਤੇ ਹੈ ਤਾਂ ਰੱਬ ਚੇਤੇ ਹੈ, ਰੱਬ ਚੇਤੇ ਹੈ ਤਾਂ ਮੌਤ ਚੇਤੇ ਹੈ। ਜੇਕਰ ਸਾਹਿਬ ਮਰੁ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਰੱਬ ਚੇਤੇ ਰੱਖਾਂਗੇ ਪ੍ਰੇਮੀਓ, ਮਰਨਾ ਸੌਖਾ ਹੋ ਜੂ। ਇੱਕ ਦਿਨ ਮਰਨਾ ਹੈ।
ਇਹ ਸੱਚ ਹੈ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ। ਸਾਡੇ ਸੰਗੀ ਸਾਥੀ ਚੱਬਣ ਚੱਲਣ ਰਤਨ ਸੇ, ਸੁਣੀਅਰ ਬਹਿ ਗਏ। ਖੇੜੇ ਮੋਤੀ ਧਾ ਸੇ ਜਾਨੀ ਚਲ ਗਏ। ਇੱਕ ਦਾ ਸੱਜਣ ਮਿੱਤਰ, ਸੱਜਣ ਮੇਰੇ ਰੰਗਲੇ ਜਾਏ ਸਤੇਜੀ ਰਾਣ। ਹੰਪੀ ਵੱਜਾਂ ਡੂਬਣੀ ਰੋਵਾਂ ਝੀਣੀ ਬਾਣ। ਸਾਡੇ ਨਾਲ ਜਿਹੜੇ ਖੇਡੇ ਨੇ ਜੰਮੇ ਨੇ, ਸਾਡੇ ਨਾਲ ਅੰਮਾਂ ਦੇ ਜਾਏ। ਰਿਸ਼ਤੇਦਾਰ ਦੋਸਤ ਮਿੱਤਰ ਭਰਾ ਭੈਣ, ਉਹ ਜਾ ਕੇ ਮੜੀਆਂ 'ਚ ਸੌਂ ਗਏ ਜੀ। ਆਪੋ ਆਪਣੀ ਵਾਰੀ ਬੰਦਾ ਜਾ ਰਿਹਾ। ਇਸੇ ਤਰ੍ਹਾਂ ਭਾਈ ਮੱਘਰ ਸਿੰਘ ਜੀ ਵੀ ਚਲੇ ਗਏ। ਮੈਂ ਵੀ ਤੁਰ ਜਾਣਾ ਇੱਕ ਦਿਨ, ਇਹ ਸੱਚ ਹੈ। ਮੈਂ ਲੱਖ ਇਨਕਾਰ ਕਰਾਂ ਵੀ ਮੈਂ ਨਹੀਂ ਜਾਂਦਾ, ਮਾਣ ਕਰੀ ਜਾਵਾਂ ਐਵੇਂ ਜਵਾਨੀ ਦਾ। ਇੱਕ ਦਿਨ ਤਾਂ ਉਹਨੇ ਦਬੋਚ ਲੈਣਾ। ਸੁਣਿਓ ਧਿਆਨ ਨਾਲ ਬੇਨਤੀ। ਸੱਜਣ ਮਿੱਤਰ ਮੜੀਆਂ 'ਚ ਜਾ ਕੇ ਸੌਂ ਗਏ। ਹੰਪੀ ਵੰਜਾਂ ਡੂਬਣੀ ਰੋਵਾਂ ਝੀਣੀ ਬਾਣ। ਉਹ ਸੱਜਣ ਮਿੱਤਰ ਜਿਹੜੇ ਜਾ ਕੇ ਸੌਂ ਗਏ ਆ ਮੜੀਆਂ 'ਚ, ਜਿਹਨੂੰ ਆਪਾਂ ਲਾਂਬੂ ਲਾ ਆਏ ਆ ਚਿਖਾ ਦੇ ਧਰ ਕੇ, ਉਹ ਵੀ ਕਿਸੇ ਨਾ ਕਿਸੇ ਨੂੰ ਲੈ ਕੇ ਗਏ ਹੋਣਗੇ ਸਿਵਿਆਂ 'ਚ ਮੜੀਆਂ 'ਚ। ਉਹ ਵੀ ਕਿਸੇ ਨੂੰ ਲਾਂਬੂ ਲਾ ਕੇ ਆਏ ਨੇ, ਉਹਨਾਂ ਨੇ ਵੀ ਕਿਸੇ ਨੂੰ ਪਹੁੰਚਾਇਆ ਉੱਥੇ। ਇੱਕ ਦਿਨ ਉਹਨੂੰ ਵੀ ਛੱਡ ਆਏ। ਮੈਂ ਜਾਣਾ, ਮੈਨੂੰ ਵੀ ਇੱਕ ਦਿਨ ਛੱਡ ਆਉਣਾ ਜੀ ਧਰ ਕੇ। ਪਤਾ ਨਹੀਂ ਕੀ ਬਣਨਾ ਜਾਂ ਨਾ ਬਣਨਾ, ਰੱਬ ਜਾਣਦਾ। ਪਰ ਇਹ ਸੱਚ ਹੈ, ਮਰਨਾ ਹੈ। ਨਾਲ ਦੇ ਜਿਹੜੇ ਆ ਸੱਜਣ, ਉਹ ਮੜੀਆਂ 'ਚ ਜਾ ਕੇ ਸੌਂ ਗਏ ਜੀ। ਤੇ ਹੰਪੀ ਵੰਝਾਂ ਡੂਬਣੀ ਰੋਵਾਂ ਝੀਣੀ ਬਾਣ। ਅਸੀਂ ਵੀ ਧੀਮੀ ਜੀ ਆਵਾਜ਼ ਵਿੱਚ ਰੋਂਦੇ ਰੋਂਦੇ ਉਹਨਾਂ ਦੇ ਪਿੱਛੇ ਜਾ ਰਹੇ ਆ, ਕਿਉਂਕਿ ਮੌਤ ਰੂਪੀ ਨਦੀ ਵਗਦੀ ਆ। ਹਰ ਇੱਕ ਬੰਦਾ ਆਪੋ ਆਪਣੀ ਵਾਰੀ ਡਿੱਗਦਾ ਜਾਂਦਾ ਹੈ, ਹਰ ਇੱਕ ਬੰਦਾ। ਤਾਂ ਹੀ ਬਾਣੀ ਕਹਿ ਰਹੀ ਹੈ, ਧਨ ਜੋਬਨ ਅਰ ਫੁੱਲੜਾ, ਨਾਠੜੀਏ ਦਿਨ ਚਾਰ। ਪੱਬਣ ਕੇਰੇ ਪਤ ਜਿਉ, ਢਲ ਢੁਲ ਜੁੰਮਣ ਹਾਰ। ਧਨ ਪੈਸਾ ਬੰਦੇ ਦਾ, ਫੁੱਲ ਜਵਾਨੀ, ਇਹ ਢਲ ਰਹੇ ਨੇ। ਮੈਂ ਇਹੀ ਨਾ ਸੋਚਾਂ ਜਵਾਨੀ ਚੜ੍ਹ ਰਹੀ ਹੈ, ਜਾਂਦੀ ਆ, ਜਾ ਰਹੀ ਹੈ ਜ਼ਿੰਦਗੀ ਗੁਜ਼ਰਦੀ। ਪੱਬਣ ਕੇਰੇ ਪੱਤ ਜਿਉ, ਪਾਣੀ ਦੇ ਕੰਢੇ ਕਿਨਾਰੇ ਚੌਪੱਤੀ ਦਾ ਇੱਕ ਬੂਟਾ ਹੁੰਦਾ ਹੈ, ਚੌਪੱਤੀ ਦਾ। ਉਹ ਪਾਣੀ ਸੁੱਕਦਾ ਜਾਂਦਾ ਹੈ, ਫਿਰ ਉਹ ਜਿਹੜਾ ਚੌਪੱਤੀ ਦਾ ਬੂਟਾ, ਉਹ ਪੌਦਾ ਜਿਹੜਾ ਜੀ, ਪਾਣੀ ਦੇ ਸੁੱਕਣ ਨਾਲ ਉਹ ਵੀ ਸੁੱਕਦਾ ਜਾਂਦਾ ਹੈ। ਉੱਥੇ ਚੱਲ ਹੋਰ ਛੱਡਿਆ ਜਾਣਾ ਪਾਣੀ, ਇੱਕ ਪ੍ਰਮਾਣ ਹੈ। ਪਰ ਜਿਹੜਾ ਸਾਡਾ ਸਾਹਾਂ ਰੂਪੀ ਪਾਣੀ ਸੁੱਕਦਾ ਜਾਂਦਾ ਨਾ ਜੀ, ਮੁੱਕਦਾ ਜਾਂਦਾ ਹੈ। ਜਿਉਂ-ਜਿਉਂ ਜ਼ਿੰਦਗੀ ਚੱਲੀ ਜਾਂਦੀ ਆ, ਪਾਣੀ ਆ ਸਾਹਾਂ ਰੂਪੀ ਮੁੱਕਦਾ ਜਾਂਦਾ, ਸੁੱਕਦਾ ਜਾਂਦਾ। ਆ ਸਰੀਰ ਰੂਪੀ ਚੌਪੱਤੀ ਨੇ, ਪੌਦੇ ਨੇ ਕੁਮਲਾ ਜਾਣਾ, ਮੁਰਝਾ ਜਾਣਾ, ਖਿੰਡ ਜੇਗਾ ਜੀ। ਤੇ ਤਾਂ ਹੀ ਮਹਾਰਾਜ ਕਹਿੰਦੇ ਆ ਜੀ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੌ ਹੁਲਾ। ਰੱਬ ਦੇ ਭਾਣੇ 'ਚ ਰਹਿ ਕੇ, ਉਹਦੀ ਰਜ਼ਾ 'ਚ ਰਹਿ ਕੇ, ਉਹਦੀ ਬੰਦਗੀ ਦਾ, ਉਹਦੇ ਭਜਨ ਦਾ ਆਨੰਦ ਮਾਣ। ਆ ਦੁਨੀਆ ਦੇ ਰੰਗਾਂ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ ਜੀ। ਬ੍ਰਹਮ ਆਨੰਦ ਜਿਹੜਾ ਹੈ, ਅੰਦਰ ਦਾ ਸਕੂਨ ਜਿਹੜਾ ਹੈ, ਉਹਦੀ ਬੰਦਗੀ ਕਰਕੇ ਬੰਦਾ ਆਨੰਦ ਮਾਣੇ। ਜਾਂ ਜੋਬਨ ਨਾ ਹੁਲਾ, ਭਾਵ ਜਿੰਨਾ ਟਾਈਮ ਸਰੀਰ 'ਚ ਨਵੀਂ ਜਾਨ ਹੈ, ਨਵੀਂ ਜਾਨ ਕੀ ਤੂੰ ਸੁੱਧ ਤੁਰ ਸਕਦਾ, ਠੀਕ ਆਪਣੇ ਸਾਰੇ ਬੋਲ ਸਕਦਾ, ਵੇਖ ਸਕਦਾ, ਸੁਣ ਸਕਦਾ, ਤੁਰ ਸਕਦਾ, ਤਾਂ ਰੱਬ ਰੱਬ ਕਰ ਲੈ। ਚੱਲਣੋਂ ਫਿਰਨੋਂ ਗਿਆ, ਦੇਖਣੋਂ ਗਿਆ, ਸੁਣਨੋਂ ਗਿਆ, ਬੋਲਣੋਂ ਗਿਆ, ਤਾਂ ਗਿਆ ਕੰਮ, ਫੇਰ ਨਹੀਂ ਕੁਛ ਹੋਏਗਾ।
ਦਿਨ ਥੋੜੇ ਨੇ, ਭਇਆ ਪੁਰਾਣਾ ਚੋਲਾ। ਸਰੀਰ ਰੂਪੀ ਚੋਲਾ ਜਿਹੜਾ ਪੁਰਾਣਾ ਹੋ ਗਿਆ। ਮੈਂ ਇਹੀ ਨਾ ਸੋਚਾਂ ਮੇਰੀ ਜ਼ਿੰਦਗੀ ਉਮਰ ਵੱਧਦੀ ਆ, ਨਹੀਂ, ਘਟਦੀ ਆ। ਇੰਨੀ ਗਈ। ਅਸੀਂ ਦੁਨੀਆਦਾਰ ਲੋਕ ਜਿਹੜੇ ਆ, ਬੰਦੇ ਦਾ ਜਨਮ ਤੋਂ ਉਮਰ ਮੰਨਦੇ ਆ ਨਾ, ਜਨਮ ਤੋਂ ਜ਼ਿੰਦਗੀ ਮੰਗਦੇ ਆ ਵੀ ਜਿਸ ਦਿਨ ਬੰਦੇ ਦਾ ਜਨਮ ਹੁੰਦਾ ਹੈ ਉਸ ਦਿਨ ਜ਼ਿੰਦਗੀ ਸ਼ੁਰੂ ਹੁੰਦੀ ਹੈ। ਨਹੀਂ ਭਾਈ, ਜਿਸ ਦਿਨ ਮਾਲਕ ਨੇ ਮਾਤਾ ਦੇ ਪੇਟ ਜੀਵ ਦੀ ਸਾਡੀ ਜੋਤ ਪਾ ਦਿੱਤੀ ਨਾ, ਉਸੇ ਦਿਨ ਸਾਡਾ ਜੀਵਨ ਸ਼ੁਰੂ ਹੋ ਜਾਂਦਾ ਹੈ। ਬੱਚਾ ਅੰਦਰ ਸਾਹ ਲੈਂਦਾ ਪੇਟ ਦੇ, ਮਾਤਾ ਦੇ, ਧੀਆਂ ਭੈਣਾਂ ਵਾਲੇ ਆਪਾਂ। ਬੱਚਾ ਸਾਹ ਲੈਂਦਾ, ਆਪਾਂ ਵੀ ਸਾਹ ਲਏ ਪੇਟ 'ਚ। ਸੋ ਇੱਕ ਦਿਨ ਫਿਰ ਉਹ ਵੀ ਆ ਜਾਣਾ ਜਿਸ ਦਿਨ ਜ਼ਿੰਦਗੀ ਖਤਮ ਹੋਏਗੀ। ਉਹ ਕਹਿੰਦੇ ਨਾਲ ਦੇ ਤੁਰ ਗਏ ਸੀ ਵੀ ਧੀਮੀ ਜੀ ਆਵਾਜ਼ ਵਿੱਚ ਰੋਂਦੇ, ਹੰਪੀ ਵੰਜਾ ਡੂਬਣੀ ਰੋਵਾਂ ਚੀਣੀ ਬਾਣ। ਅਸੀਂ ਵੀ ਧੀਮੀ ਜੀ ਆਵਾਜ਼ ਵਿੱਚ ਰੋਂਦੇ ਰੋਂਦੇ ਉਹਨਾਂ ਦੇ ਪਿੱਛੇ ਤੁਰ ਜਾਂਦੇ ਆ, ਤੁਰ ਜਾਾਂਗੇ। ਮੈਂ ਵੀ ਤੁਰ ਜਾਣਾ। ਭਾਈ ਮੱਘਰ ਸਿੰਘ ਤੁਰ ਗਏ ਆ, ਕਿਸੇ ਨਾਲ ਉਹ ਵੀ ਛੱਡਣ ਗਏ ਹੋਣਗੇ ਮੜੀਆਂ 'ਚ, ਕਿਸੇ ਨੂੰ ਕਾਨੀ ਕਿਸੇ ਦੇ ਲੱਗੇ ਹੋਣਗੇ। ਇੱਕ ਦਿਨ ਉਹਨਾਂ ਦੇ ਵੀ ਲੱਗਣ ਵਾਲੇ ਆ ਗਏ ਕਾਨੀ, ਨਾਲ ਦੇ ਗਏ। ਆਓ ਆਪਣੀ ਵਿਚਾਰ ਤੇ। ਚੱਬਣ ਚੱਲਣ ਤਨ ਸੇ ਸੁਣੀਅਰ ਵਹਿ ਗਏ ਸਨੇਹਾ। ਕਾਲੀ ਹੂੰ ਪੁਣ ਧੌਲੇ ਆਏ, ਬਿਨ ਨਾਵੈ ਵਥ ਗਿਆ ਗਵਾਏ। ਕਾਲੀ ਤੋਂ ਧੌਲੇ ਆ ਗਏ, ਚਿੱਟੇ ਆ ਗਏ। ਇਹ ਕੋਈ ਪਤਾ ਨਹੀਂ ਜੀ ਕਿਸੇ ਦੇ ਧੌਲੇ ਆਉਣੇ ਨੇ ਜਾਂ ਨਾ ਆਉਣੇ ਨੇ। ਬਾਣੀ ਕਹਿੰਦੀ ਹੈ ਸਨੇਹਾ ਹੈ, ਚਿੱਟੇ ਜਿਹੜੇ ਨੇ ਆ ਗਏ ਤਾਂ ਸਮਝ ਲੈ ਸਜਣਾ ਤਿਆਰੀ ਆ। ਉਹ ਕੋਈ ਪਤਾ ਨਹੀਂ ਕਾਲੀ 'ਚ ਬੰਦਾ ਤੁਰ ਜਾਏ। ਕਈ ਹੁਣ ਚਿੱਟੀਆਂ ਦਾੜੀਆਂ ਵਾਲੇ ਦਾਦੇ ਪੜਦਾਦੇ ਬੈਠੇ ਆ, ਪੋਤੇ ਪੜੋਤੇ ਕਾਲੀਆਂ ਦਾੜੀਆਂ ਵਾਲੇ ਪਹਿਲਾਂ ਤੁਰ ਗਏ। ਕਈਆਂ ਦੇ ਆਈ ਵੀ ਨੂੰ ਪਹਿਲਾਂ ਤੁਰ ਗਏ। ਸਮੇਂ ਦੀ ਖੇਡ ਹੈ, ਸਾਹਾਂ ਦੀ ਖੇਡ ਹੈ, ਤੁਰ ਜਾਣਾ। ਉਹ ਕਹਿੰਦੇ ਭਾਈ ਵਾਰੀ ਵਾਰੀ ਸਭ ਨੇ ਤੁਰ ਜਾਣਾ। ਬਿਨ ਨਾਵੈ ਵਥ ਗਿਆ ਗਵਾਏ। ਨਾਮ ਤੋਂ ਬੰਦਾ, ਨਾਮ ਤੋਂ ਬਿਨਾਂ ਜ਼ਿੰਦਗੀ ਦੀ ਬਾਜੀ ਜਿਹੜੀ ਆ ਖੇਡ ਜਿਹੜੀ ਆ ਹਾਰ ਜਾਣੀ। ਇੱਜ਼ਤ ਗਵਾ ਕੇ ਜਾਂਦਾ ਹੈ। ਆਪਣੀ ਪਤ ਸੇਤੀ ਕਰ ਜਾਵੋ। ਕਾਹਦੇ ਨਾਲ ਜੀ? ਪ੍ਰਾਨੀ ਏਕੋ ਨਾਮ ਤੇ ਆਵੋ। ਇੱਕ ਨਾਮ ਤੇ ਆਓ, ਰੱਬ ਰੱਬ ਕਰੋ। ਸੋ ਸੁਣੋ ਵਿਚਾਰ। ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ। ਚੱਬਣ ਸਨੇਹਾ ਕਿੱਥੋਂ ਹੁੰਦਾ ਹੈ? ਚੱਬਣ ਕੀ ਇਹ ਦੰਦ ਗਏ। ਚੱਬਣ ਚੱਲਣਾ, ਚੱਲਣਾ ਫਿਰਨਾ, ਹੱਡ ਗੋਡੇ ਜਵਾਬ ਦੇ ਗਏ। ਸਨੇਹਾ ਹੈ ਆ। ਮੰਜੇ ਨਾਲ ਜੁੜ ਗਿਆ ਬੰਦਾ, ਬਜ਼ੁਰਗ ਹੋ ਗਿਆ, ਸਮਝ ਲਾ ਵੀ ਸੱਜਣਾ ਤਿਆਰੀ ਆ। ਅੱਜ ਨਹੀਂ ਤਾਂ ਕੱਲ ਹਰ ਫਰਮਾਨ ਦਰਗੇ ਕਾ ਆਇਆ। ਆਏ ਜਾਣਾ ਉਹਦਾ ਬੁਲਾਵਾ ਵੀ ਆ ਜਾ ਭਾਈ। ਕਦੇ ਸੋਚਿਆ ਕਰੋ ਜਦੋਂ ਪਏ ਹੁੰਨੇ ਆ ਨਾ ਰਾਤ ਨੂੰ ਜਦੋਂ ਪਏ ਹੁੰਨੇ ਇਕਾਂਤ 'ਚ, ਅੱਖ ਖੁੱਲੇ ਜਾਂ ਪੈਣ ਲੱਗੀ, ਮੰਨ ਲਓ ਵੀ ਇੱਕ ਦਿਨ ਆਹ ਸਰੀਰ ਨੇ, ਜਿਵੇਂ ਹੁਣ ਆਪਣੀ ਮਰਜ਼ੀ ਨਾਲ ਮੈਂ ਰਜਾਈ ਚੱਕ ਕੇ ਲੈਣਾ, ਆਪਣੀ ਮਰਜ਼ੀ ਨਾਲ ਉੱਠਦਾ, ਮੈਂ ਤੁਰਦਾ, ਇਸ਼ਨਾਨ ਕਰਦਾ, ਕੱਪੜੇ ਪਾਉਣਾ ਆਪਣੀ ਮਰਜ਼ੀ ਨਾਲ, ਮਰਜ਼ੀ ਆਪਣੀ। ਬਥੇਰੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਬੰਦਾ ਲਾਉਂਦਾ ਹੈ। ਬੜੀ ਮੈਂ ਡੈਕੋਰੇਸ਼ਨ ਕਰਦਾ ਚਿਹਰੇ ਦੀ, ਬੜਾ ਕੁਛ ਲਾਉਣਾ, ਸੋਹਣਾ ਲੱਗਾ। ਇੱਕ ਦਿਨ ਉਹ ਵੀ ਆ ਜਾਣਾ ਗੁਰਮੁਖੋ, ਜਿਸ ਦਿਨ 4-5 ਭਾਈਆਂ ਨੇ ਚੱਕ ਕੇ ਨਲਾਉਣਾ ਬੰਦਾ। ਉਸ ਦਿਨ ਸਾਬਣ ਆਪ ਨਹੀਂ ਲਾਉਣੀ ਆਪਾਂ। ਉਸ ਦਿਨ ਕੋਟ ਪੈਂਟ ਆਪ ਨਹੀਂ ਪਾਵਾਂਗੇ। 4 ਭਾਈਆਂ ਨੇ ਚੱਕ ਕੇ ਨਲਾਉਣਾ, 4 ਭਾਈਆਂ ਨੇ ਕੱਪੜੇ ਪਾਉਣੇ ਨੇ। ਕੋਈ ਕਹੂਗਾ ਇੱਧਰੋਂ ਭਾਈ, ਉਹ ਵੀ ਪਾੜ ਕੇ ਮਸਾਂ ਜੇ ਪੈਂਦਾ ਜੀ, ਨਾਲ ਕੁਛ ਨਹੀਂ ਜਾਂਦਾ। ਫਿਰ ਉਹ ਕਫਨ ਦੇ ਵਿੱਚ, ਉਹ ਕੱਪੜੇ ਦੇ ਵਿੱਚ ਕੋਈ ਜੇਬ ਵੀ ਨਹੀਂ ਲੱਗਦੀ ਹੁੰਦੀ, ਖਾਲੀ ਵੀ ਲਾ ਵੀ ਦਿੱਤੀਆਂ। ਫਿਰ ਕਿਹੜਾ ਨਾਲ ਕੋਈ ਜੇਬ 'ਚ ਪਾ ਕੇ ਲੈ ਜੂ ਬੰਦਾ? ਉੱਥੇ ਕੁਛ ਨਹੀਂ ਜਾਂਦਾ। ਇੱਕ ਦਿਨ ਉਹ ਵੀ ਆਏਗਾ। ਸਨੇਹਾ ਕਦੇ ਸੋਚੋ ਵਿਚਾਰੋ ਪਏ ਵੀ ਇੱਕ ਦਿਨ ਉਹ ਆਉਣਾ ਹੈ
ਹੁਣ ਦੇਖੋ ਰਾਤ ਨੂੰ ਆਪਣੀ ਮਰਜ਼ੀ ਨਾਲ ਸੌਂਦੇ ਆਪਾਂ, ਇਹ ਭਰੋਸਾ ਨਹੀਂ ਸਵੇਰ ਨੂੰ ਉੱਠਣਾ ਆਪ, ਉੱਠੂਗਾ ਮੈਂ ਆਪ, ਜਾਂ ਫਿਰ ਚਾਰ ਭਾਈਆਂ ਨੇ ਚੱਕ ਕੇ ਲਾਉਣਾ ਮੰਜੇ ਤੋਂ, ਕੋਈ ਭਰੋਸਾ ਨਹੀਂਗਾ। ਐਵੇਂ ਵਾਧੂ ਦੀ ਮੈਂ ਮੇਰੀ ਕਰਦੇ ਆਪਾਂ, ਕਲਯੁਗ ਹੈ। ਕਦੇ ਸੋਚੀਏ ਕਿ ਇੱਕ ਦਿਨ ਉਹ ਆਏਗਾ ਜਿਹੜਾ ਦਿਨ ਮੇਰੀ ਜ਼ਿੰਦਗੀ ਦਾ ਨਹੀਂ ਚੜ੍ਹਨਾ, ਆਪਾਂ ਨੇ ਨਹੀਂ ਦੇਖਣਾ। ਇੱਕ ਦਿਨ ਅੱਖਾਂ ਬੰਦ ਹੋਣਗੀਆਂ, ਚਲਦੀ ਚਲਦੀ ਗੱਡੀ ਨੇ ਰੁਕ ਜਾਣਾ, ਚਲਦੇ ਚਲਦੇ ਸਾਹਾਂ ਨੇ ਬੰਦੇ ਦੇ ਨੇ ਰੁਕ ਜਾਣਾ। ਇੱਕ ਦਿਨ ਉਹ ਆਏਗਾ, ਸੱਚ ਹੈ। ਮੈਂ ਲੱਖ ਇਨਕਾਰ ਕਰਾਂ ਪਰ ਮੌਤ ਆਏਗੀ। ਕਦੇ ਵਿਚਾਰੀਏ ਆ ਸਰੀਰ ਨੂੰ ਆਪਣੀ ਮਰਜ਼ੀ ਨਾਲ ਮੈਂ ਅੰਗ ਪੈਰ ਹਿਲਾਉਣਾ ਪਿਆ, ਬੈਠਿਆ ਉੱਠਿਆ, ਇੱਕ ਦਿਨ ਨਹੀਂ ਹਿੱਲਣਗੇ, ਠੋਸ ਹੋ ਜਾਣਾ ਸਰੀਰ ਜਮਾ, ਕੋਈ ਹਿੱਲੇ ਜੁਲੋ ਨਹੀਂ ਹੋਣੀ। ਘਰਦਿਆਂ ਨੇ ਬਥੇਰਾ ਉਠਾਉਣਾ, ਉੱਠ ਲੈ, ਬੋਲ ਪੈ, ਨਾ ਕੋਈ ਬੋਲਿਆ ਜਾਣਾ, ਨਾ ਹਿੱਲ ਜੁਲ ਹੋਏਗੀ ਸਰੀਰ 'ਚ, ਉੱਡ ਜਾਣਾ ਅੰਦਰੋਂ ਭੌਰ ਜਿਹੜਾ। ਸੁਰਹੋ ਵਿਚਾਰ ਚੱਬਣ ਚੱਲਣ ਰਤਨ ਸੇ ਸਨੇਹਾ, ਚੱਬਣ ਦੀ ਸ਼ਕਤੀ ਗਈ, ਸਨੇਹਾ ਮਿਲ ਗਿਆ, ਦੰਦ ਗਏ, ਦੁਬਾਰੇ ਨਹੀਂ ਆਉਣਗੇ। ਰਤਨ ਸੇ ਹੱਥਾਂ ਪੈਰ ਹਿਲਦੇ ਨੇ, ਚੱਲਣਾ ਫਿਰਨਾ ਬੰਦ, ਖਤਮ, ਬਜ਼ੁਰਗ ਹੋ ਗਿਆ ਬੰਦਾ। ਰਤਨ ਸੇ ਅੱਖਾਂ, ਦੁਨੀਆ ਦੇਖਦਾ ਮੈਂ ਇਹਨਾਂ ਨਾਲ, ਅੱਖਾਂ ਦੀ ਸ਼ਕਤੀ ਗਈ, ਦੀਨੋਂ ਹਟ ਗਿਆ। ਬੰਦਾ ਬੜੇ ਆਪਰੇਸ਼ਨ ਕਰਾਉਂਦਾ ਜੀ, ਬੜੇ ਲੈਂਜ ਪਵਾਉਂਦਾ, ਰੱਬ ਨਾ ਕਰੇ ਕਿਸੇ ਨਾਲ ਇਹ ਚੀਜ਼ਾਂ ਹੋਣ, ਪਰ ਸੱਚਾਈ ਹੈ ਕਿ ਨਿਗਾਹ ਬਣਵਾਈ ਹੈ ਜੀ, ਐਨਕ ਲੱਗਦੀ ਹੈ, ਲੈਂਜ ਲਵਾਉਂਦਾ ਪਵਾਉਂਦਾ ਬੰਦਾ, ਆਪਰੇਸ਼ਨ ਕਰਾਉਂਦਾ ਹੈ, ਪਰ ਜਿਹੜੀ ਨਿਗਾਹ ਆ, ਜਿਹੜਾ ਰਤਨ, ਜਿਹੜੇ ਰਤਨ ਆ ਮੋਤੀ ਨੇ ਅੱਖਾਂ ਸਾਡੀਆਂ, ਦੁਨੀਆ ਦੇਖਦਿਆਂ ਦੇ ਨਾਲ ਆਪਾਂ, ਇਹ ਸ਼ਕਤੀ ਜਦੋਂ ਚਲੀ ਗਈ ਦੇਖਣ ਦੀ, ਲੱਖ ਆਪਾਂ ਲੈਂਜ ਪਵਾਈਏ, ਖਤਮ ਹੈ ਕਹਾਣੀ। ਸੁਣੀਆਂ ਰਹਿ ਗਏ, ਸੁਣਨੋਂ ਵੀ ਹਟ ਜਾਣਾ, ਚੱਲਣੋਂ ਫਿਰਨੋਂ ਬੰਦ ਹੋ ਗਿਆ, ਖਾਣਾ ਪੀਣਾ ਬੰਦ ਹੋ ਗਿਆ। ਉਹ ਜਵਾਨੀ ਦੇ ਰਸ ਤੂੰ ਬੁਢੇਪੇ 'ਚ ਜਾ ਕੇ ਨਹੀਂ ਮਾਣ ਸਕਦਾ, ਨਹੀਂ ਖਾ ਸਕਦਾ, ਕੁਛ ਨਾ ਦੇਖ ਸਕਦਾ, ਸੁਣਨੋਂ ਵੀ ਗਿਆ, ਬੋਲਾ ਹੋ ਗਿਆ ਬੰਦਾ ਜੀ, ਬੋਲਾ। ਫਿਰ ਹੇੜੇ ਮੋਤੀ ਧਾ ਸੇ ਜਾਨੀ ਚੱਲ ਗਏ, ਆ ਜਿਹੜੇ ਨਾਲ ਦੇ ਸੀ, ਬਾਕੀ ਰਿਸ਼ਤੇ ਨਾਤੇ ਛੱਡੋ ਪਿੱਛੇ, ਆ ਜਿਹੜੇ ਨਾਲ ਹੁੰਦੇ ਆ, ਚੱਲਣ ਦੀ ਸ਼ਕਤੀ, ਬੋਲਣ ਦੀ, ਦੇਖਣ ਦੀ, ਸੁਣਨ ਦੀ, ਇਹ ਗਈ ਤਾਂ ਸਮਝ ਲਾ ਬੰਦਿਆ ਤਿਆਰੀ ਤੇਰੀ ਵੀ ਆ, ਤੂੰ ਵੀ ਜਾਣਾ। ਹੇੜੇ ਮੋਤੀ ਧਾ ਸੇ ਜਾਨੀ ਚੱਲ ਗਏ, ਧਾ ਮਾਰ ਦਿੱਤੀ ਸੰਬੰਧੀਆਂ ਨੇ, ਜਿੰਦ ਵੀ ਅੰਦਰ ਫਿਰ ਧਾ ਮਾਰਦੀ ਆ। ਉਹ ਜਿਹੜੇ ਨਾਲ ਸੀਗੇ ਅੱਜ ਜਵਾਨੀ ਦੇ ਰਸ ਸਾਥ ਨਹੀਂ ਦਿੰਦੇ। ਇਸ ਕਰਕੇ ਪ੍ਰੇਮੀਓ ਖਿਆਲ ਰੱਖੀਏ, ਇੱਕ ਦਿਨ ਜਾਣਾ ਸਭ ਨੇ। ਭਾਈ ਮੱਘਰ ਸਿੰਘ ਜੀ ਚਲੇ ਗਏ ਆ, ਸਨੇਹਾ ਸਭ ਨੂੰ ਮਿਲ ਰਿਹਾ ਕਿ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਸਾਡੇ ਜੀਵਨ ਦਾ ਆਖਰੀ ਦਿਨ ਜਿਹੜਾ ਹੈ, ਆਖਰੀ ਦਿਨ, ਆਖਰੀ ਟਾਈਮ ਨੇੜੇ ਆ ਰਿਹਾ। ਕਿੰਨੀ ਕੁ ਦੂਰ ਹੈ, ਕਿੱਥੇ ਕੁ ਹੈ, ਕੋਈ ਪਤਾ ਨਹੀਂ, ਕੁਛ ਨਹੀਂ ਕਹਿ ਸਕਦੇ ਜੀ। ਸਾਡਾ ਕਿਹੜਾ ਆਪਸ ਦੇ ਵਿੱਚ ਮਿਲਣਾ ਜੁਲਣਾ, ਗੱਲਾਂ ਬਾਤਾਂ ਕਰਨੀਆਂ, ਇੱਕ ਦੂਜੇ ਨੂੰ ਪ੍ਰੇਮ ਨਾਲ ਮਿਲਣਾ ਹੈ ਜੀ, ਆਖਰੀ ਹੋਵੇ। ਹੁਣ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਇੱਥੇ ਸਾਡੇ ਨਾਲ ਬੈਠੇ ਸੀ, ਅੱਜ ਨਹੀਂ। ਅੱਜ ਆਪਾਂ ਬੈਠੇ ਆ ਇਕੱਠੇ ਹੋਏ, ਇੱਕ ਦੂਜੇ ਨੂੰ ਮਿਲ ਰਹੇ ਆ, ਵੇਖ ਰਹੇ ਆ, ਬੋਲ ਰਹੇ ਆ ਇੱਕ ਦੂਜੇ ਨਾਲ। ਆਉਣ ਵਾਲੇ ਸਮਿਆਂ ਦੇ ਵਿੱਚ ਆਪਣੇ ਵਿੱਚੋਂ ਵੀ ਕਈਆਂ ਨੇ ਉੱਡ ਜਾਣਾ ਹੈ। ਕਿਆ ਪਤਾ ਕੱਲ ਨੂੰ ਮੈਂ ਨਾ ਹੋਵਾਂ, ਆਉਣ ਵਾਲੇ ਪਲਾਂ 'ਚ ਮੈਂ ਨਾ ਹੋਵਾਂ। ਉਹਦਾ ਇੱਕ ਦਿਨ ਸੱਚ ਹੈ ਜੀ, ਹੋਏਗਾ। ਲੱਖ ਮੈਂ ਮੁਨਕਰ ਹੋਵਾਂ ਕਿ ਮੈਂ ਨਹੀਂ ਮਰਦਾ, ਮਰਨਾ ਹੈ। ਸਭਨਾ ਮਰਨ ਆਇਆ, ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ, ਅੱਗੇ ਮਿਲਣ ਕਿਨਾ। ਸਿਆਣਿਆਂ ਨੂੰ ਪੁੱਛੋ ਜਾ ਕੇ, ਅੱਗੇ ਕਿਸੇ ਨੇ ਮਿਲਣਾ, ਕੋਈ ਮਿਲਿਆ? ਜਾਂ ਜਿਹੜੇ ਗਏ ਕਿਸੇ ਦਾ ਕੋਈ ਫੋਨ,
ਕਿਸੇ ਦਾ ਕੋਈ ਮੈਸੇਜ ਚਿੱਠੀ ਮਿਲੀ ਹੈ ਕਿਸੇ ਦੀ ਵੀ ਅਸੀਂ ਆਪਣੇ ਨੂੰ ਮਿਲ ਗਏ ਜਾ ਕੇ, ਫਲਾਣੇ ਨੂੰ ਮੈਂ ਮਿਲਿਆ ਸੀ, ਅਸੀਂ ਇਕੱਠੇ ਰਹਿੰਦੇ ਹਾਂ? ਨਹੀਂ ਜੀ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਅੱਗੇ ਨਾ ਸਾਡੀ ਜਾਤ ਨਾ ਜੋਰ, ਕੁਛ ਨਹੀਂ ਜਾਂਦਾ। ਅੱਗੇ ਨਵਿਆਂ ਦੇ ਨਾਲ ਬਾਹ ਪੈਣਾ, ਨਵਿਆਂ ਦਾ ਸੰਗ ਹੋਏਗਾ। ਸੋ ਜੇ ਇੱਕ ਦਿਨ ਜਾਣਾ ਹੀ ਆ, ਇੱਕ ਦਿਨ ਮਰਨਾ ਹੈ, ਫਿਰ ਕਿਉਂ ਨਾ ਚੰਗੇ ਕਰਕੇ ਜਾਈਏ, ਚੰਗੇ ਕਰਮ ਕਰੀਏ ਨਾ। ਕਲਯੁਗ ਹੈ ਜੀ, ਬੰਦਾ ਸੋਚ ਤਾਂ ਚੰਗੀ ਅਪਣਾ ਲੇ। ਚੰਗੇ ਮਾੜੇ ਪਲ ਹਰ ਇੱਕ ਬੰਦੇ ਦੇ ਅੰਦਰ ਬਣਦੇ ਨੇ, ਬਣਦੇ ਨੇ ਚੰਗੇ ਮਾੜੇ ਪਲ, ਪਰ ਕਿਸੇ ਤੇ ਮਾੜੇ ਭਾਰੂ ਹੋ ਜਾਂਦੇ ਆ ਜੀ, ਕਿਸੇ ਦੇ ਚੰਗੇ ਭਾਰੂ ਹੋ ਜਾਂਦੇ ਆ। ਨਾਲੇ ਕਿਹੜਾ ਬੰਦਾ ਕਹਿੰਦਾ ਮੈਂ ਔਖਾ ਹੋਵਾਂ? ਕੌਣ ਕਹਿੰਦਾ? ਕੋਈ ਨਹੀਂ ਚਾਹੁੰਦਾ ਮੈਂ ਔਖਾ ਹੋਵਾਂ, ਮੈਂ ਦੁਖੀ ਹੋਵਾਂ। ਕਰਮਾਂ ਦੇ ਨਿਮੇੜ ਨੇ ਜੀ, ਕਰਮਾਂ ਦੇ। ਜਿੱਦਾਂ ਦੀ ਸੋਚ ਵਿਚਾਰ ਅਪਣਾਵਾਂਗੇ ਉਦਾਂ ਦਾ ਮਿਲ ਹੀ ਜਾਣਾ। ਸੋਚ ਸਮਝ ਕੇ ਤੁਰੀਏ। ਤੁਰਨਾ ਇੱਕ ਦਿਨ ਸਭ ਨੇ ਆ, ਇੱਕ ਦਿਨ ਉਡਾਰੀ ਸਭ ਨੇ ਲਾਉਣੀ ਆ। ਫਿਰ ਸਰੀਰ ਮਿਲਿਆ, ਫਿਰ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਆ ਸੁਨੇਹਾ ਜਿਹੜਾ ਭਾਈ ਮੱਘਰ ਸਿੰਘ ਨੂੰ ਆਇਆ ਨਾ, ਆ ਗਿਆ ਉਹਨਾਂ ਨੂੰ ਸੁਨੇਹਾ, ਚਲੇ ਗਏ। ਮੈਨੂੰ ਵੀ ਆਉਣਾ ਇੱਕ ਦਿਨ, ਮੈਂ ਵੀ ਜਾਣਾ। ਲੱਖ ਮੈਂ ਇਨਕਾਰ ਕਰਾਂ, ਮੇਰਾ ਵੀ ਸੁਨੇਹਾ ਇੱਕ ਦਿਨ ਆ ਜਾਣਾ। ਮੇਰੀ ਵੀ ਚਿੱਠੀ ਇੱਕ ਦਿਨ ਦਰਗਾਹ ਵਿੱਚ ਫਟ ਜਾਣੀ ਆ। ਹਰ ਫਰਮਾਨ ਦਰਗੇ ਕਾ ਆਇਆ, ਫਰਮਾਨ ਆ ਜਾਣਾ ਦਰਗਾਹ ਦਾ। ਹਕਾਰਾ ਆਇਆ, ਇੱਕ ਦਿਨ ਉਹ ਆਏਗਾ ਸੁਨੇਹਾ। ਫਿਰ ਸੱਦਣ ਹਾਰਾ ਸਿਮਰੀਐ, ਨਾਨਕ ਸੇਹ ਦੇ ਆਵਨ। ਜਿਹਨੇ ਸੱਦਣਾ ਪ੍ਰੇਮੀਓ, ਜਿਹਨੇ ਇੱਕ ਦਿਨ ਸਾਨੂੰ ਬੁਲਾ ਲੈਣਾ, ਉਹਨੂੰ ਧਿਆ ਲਈਏ। ਉਹਦੇ ਨਾਲ ਪਹਿਲਾਂ ਜਾਣ ਤੋਂ ਪਹਿਲਾਂ ਜਾਣ ਪਛਾਣ ਕਰ ਲਈਏ। ਸਰੀਰ ਦੇ ਮੜੀਆਂ ਵਿੱਚ ਪਹੁੰਚਣ ਤੋਂ ਪਹਿਲਾਂ, ਜਾਣ ਤੋਂ ਪਹਿਲਾਂ ਰੂਹ ਉਹਦੇ ਤੱਕ ਪਹੁੰਚ ਜਾਏ, ਉਹਦੇ ਤੱਕ ਪਹੁੰਚ ਜਾਏ ਸਾਡੀ ਉਡਾਰੀ ਸੁਰਤ ਦੀ, ਸੁਰਤੀ ਦੀ, ਬਿਰਤੀ ਦੀ। ਔਖਾ ਵੱਡਾ ਕਲਯੁਗ ਹੈ। ਕੋਈ ਕਰਮਾਂ ਵਾਲਾ ਹੈ, ਕੋਈ ਜਾਣੈ ਕਬ ਨੀ ਹਾਂ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾਂ ਕੀ ਨਿਰਮਲ ਰੀਤ। ਕੋਈ ਕੋਈ ਬੁਝਦਾ। ਅਸਲੀ ਸੱਜਣ ਮਿੱਤਰ ਕੌਣ ਹੈ? ਜਿਹੜਾ ਮਨੋਂ ਰੱਬ ਰੱਬ ਕਰਦਾ। ਨਹੀਂ ਫਿਰ ਹਰ ਹਰ ਕਰੇ ਨੇ ਤਾਂ ਕਪਟ ਕਮਾਵੇ, ਹਿਰਦਾ ਸੁਧ ਨਾ ਹੋਈ। ਬੰਦਾ ਕਰਦਾ ਜ਼ਰੂਰ ਹੈ, ਮੇਰੇ ਵਰਗਾ ਮੂੰਹ ਚੋਂ ਰੱਬ ਰੱਬ, ਜੀਵ ਨਾਲ ਤੁਹਾਨੂੰ ਲੱਗਦਾ ਵੀ ਬੜੀ ਬਾਣੀ ਪੜ੍ਹਦਾ ਬੰਦਾ, ਬੜੀ ਸੋਹਣੀ ਕਥਾ ਕਰਦਾ। ਇਹ ਤਾਂ ਬਾਹਰੀ ਦ੍ਰਿਸ਼ ਹੈ। ਅੰਦਰ ਦਾ ਜੀਵਨ ਕਿੱਦਾਂ ਦਾ ਹੈ ਉਹ ਤਾਂ ਰੱਬ ਜਾਣਦਾ, ਜਾਂ ਮੈਨੂੰ ਖੁਦ ਨੂੰ ਪਤਾ ਮੈਂ ਕਿਹੋ ਜਿਹੀ ਸੋਚ ਦਾ ਮਾਲਕ ਹਾਂ। ਆਪਣੇ ਦੀ ਲਾ ਕੇ ਤੁਰੀਏ ਆਪਾਂ, ਕਿਸੇ ਨੂੰ ਥੋੜ੍ਹੀ ਦੇਖਣਾ, ਆਪਣੇ ਆਪ ਨੂੰ ਵੇਖੀਏ। ਬਾਣੀ ਵੀ ਇਹੀ ਕਹਿੰਦੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ ਸਰੀਰਾ ਮੇਰੇ। ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਲੋਕਾਂ ਦੇ ਕਰਮ ਦੇਖਣ ਨਾਲੋਂ ਨਾ ਆਪਣੇ ਕਰਮ ਦੇਖ ਲਾ, ਮੈਂ ਕੀ ਕਰਦਾ, ਮੇਰੇ ਅੰਦਰ ਕੀ ਆ। ਆ ਤਾਂ ਬਾਹਰ ਦਾ। ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸੁਧ ਨਾ ਹੋਈ। ਬਾਬੇ ਨਾਨਕ ਦੀਆਂ ਗੱਲਾਂ ਝਟਕੀਆਂ ਜੀਆਂ ਨੇ, ਚੁਭਦੀਆਂ ਵੀ ਜ਼ਰੂਰ ਨੇ। ਐਸਾ ਨਿਸ਼ਾਨ ਬਣ ਜਾਂਦਾ ਅੰਦਰ, ਐਸਾ ਜ਼ਖਮ ਬਣ ਜਾਂਦਾ, ਫਿਰ ਚੁਭਦਾ ਰਹਿੰਦਾ। ਜੇ ਕੋਈ ਮਨ ਕਰਕੇ ਸੁਣ ਲਏ, ਤੁਰ ਲਏ। ਹੁਣ ਜਿਹੜਾ ਸੁਣ ਕੇ ਅਣਸੁਣਿਆ ਕਰਦਾ ਜੀ, ਉਹ ਉਹਦੀ ਖੇਡ ਹੈ, ਅਗਲੇ ਦੀ ਮਰਜ਼ੀ ਹੈ। ਪੜ੍ਹ ਕੇ ਅਣਪੜ੍ਹਿਆ ਕਰਦਾ, ਉਹ ਉਹਦੀ ਮਰਜ਼ੀ ਆ। ਅੱਗੇ ਕਰਮਾਂ ਦੇ ਨਿਮੇੜ ਨੇ ਆਪਣੇ, ਜੋ ਕਰਾਂਗੇ ਸੋ ਭਰਾਂਗੇ। ਫਿਰ ਬਾਣੀ ਕਹਿ ਰਹੀ ਹੈ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਆ ਸਰੀਰ ਰੂਪੀ ਚੋਲਾ ਜਿਹੜਾ ਮਿਲਿਆ ਨਾ, ਇਹ ਐਵੇਂ ਨਹੀਂ ਮਿਲਿਆ, ਇਹ ਐਵੇਂ ਨਹੀਂ ਮਿਲਿਆ, ਉਹਦੀ ਬੰਦਗੀ ਕਰਨ ਵਾਸਤੇ ਮਿਲਿਆ। ਬੰਦਾ ਇਹਨੂੰ ਅਜਾਈ ਵਿਅਰਥ ਗਵਾਉਂਦਾ ਹੈ, ਮਾੜੇ ਕਰਮਾਂ ਵਿਚਾਰ ਸੋਚਾਂ 'ਚ, ਵਿਕਾਰਾਂ 'ਚ ਵਿਅਰਥ ਚਲਾ। ਦੇਖੋ ਜੀਵਨ ਨੇ, ਜ਼ਿੰਦਗੀ ਨੇ ਗੁਜ਼ਰ ਹੀ ਜਾਣਾ। ਇੱਥੇ ਬਹਿ ਕੇ ਗੁਜ਼ਾਰ ਦੋ, ਗਾਉਣ ਵਾਲੇ ਸੁਣ ਕੇ ਵੇਖ ਕੇ ਗੁਜ਼ਾਰ ਦੋ, ਟੀਵੀ ਵੇਖ ਕੇ ਗੁਜ਼ਾਰ ਦੋ, ਕੋਈ ਗੁਰਬਾਣੀ ਸੁਣ ਕੇ ਗੁਜ਼ਾਰ ਦੋ, ਸੰਗਤ ਕਰਕੇ ਗੁਜ਼ਾਰ ਦੋ।
ਇਧਰ ਉਧਰ ਵਿਕਾਰ ਕਰਕੇ ਗੁਜ਼ਾਰ ਦੋ, ਸੇਵਾ ਕਰਕੇ ਗੁਜ਼ਾਰ ਦੋ ਜਾਂ ਫਿਰ ਬੇਈਮਾਨੀਆਂ ਕਰਕੇ ਗੁਜ਼ਾਰ ਦੋ, ਇਹਨੇ ਤਾਂ ਗੁਜ਼ਰੇ ਜਾਣਾ। ਪਰ ਨਾਲ ਵਿਚਾਰ ਇਹ ਵੀ ਆ, ਜੇ ਗੁਜ਼ਰ ਜਾਣਾ ਫਿਰ ਜਿੱਦਾਂ ਦਾ ਬੰਦਾ ਕਰਦਾ ਜਾਊਗਾ ਉਦਾਂ ਦਾ ਭਰਦਾ ਜਾਊਗਾ, ਉਦਾਂ ਦਾ ਮਿਲਦਾ ਜਾਣਾ ਜੀ। ਹੁਣ ਜੇ ਮਿਲੂਗਾ ਉਦਾਂ ਦਾ ਜਿੱਦਾਂ ਦਾ ਮੈਂ ਕਰਾਂਗਾ, ਫਿਰ ਕਿਉਂ ਨਾ ਚੰਗੀ ਕਰ ਲਾਂ, ਕਿਉਂ ਨਾ ਹੋਵੇ ਮੈਂ ਚੰਗੀ ਕਰ ਲਾਂ, ਮਾੜਾ ਕਰਨ ਦੀ ਲੋੜ ਕੀ ਹੈ। ਸੱਚ ਜ਼ਰੂਰ ਹੈ ਕਿ ਮਿਲੂ ਜ਼ਰੂਰ, ਐ ਕਰ ਕਰੇ ਸੋ ਐ ਕਰ ਪਾਏ। ਵੇਖੋ ਜਿਹੜਾ ਵੀ ਆਇਆ ਉਹਨੇ ਜਾਣਾ, ਅੱਜ ਨਹੀਂ ਤਾਂ ਕੱਲ। ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੈ, ਸਾੜ ਸਗਲ ਜੰਜਾਲ। ਅੱਜ ਨਹੀਂ ਤਾਂ ਕੱਲ ਸੁਨੇਹਾ ਆਉਣਾ ਸਭ ਦਾ। ਦਿਨ ਤੇ ਪੈਰ, ਪੈਰ ਤੇ ਘਰੀਆਂ, ਆਪ ਕਟੈ ਤਨ ਸੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਬਨ ਵਿਦ ਕੀਜੈ। ਦਿਨ ਤੇ ਪੈਰ, ਪੈਰਾਂ ਤੋਂ ਘੜੀਆਂ, ਤਨ ਸਿਜ ਰਿਹਾ, ਜ਼ਿੰਦਗੀ ਗੁਜ਼ਰ ਰਹੀ ਆ। ਕਾਲ ਅਹੇਰੀ ਫਿਰੈ ਬਦਕ ਜਿਉ, ਬਦਕ ਸ਼ਿਕਾਰੀ ਜਿਹੜਾ ਕਾਲ ਰੂਪੀ। ਆਖਰੀ ਸਮਾਂ ਸਾਡਾ ਫਿਰ ਰਿਹਾ, ਸਿਰ ਤੇ ਮੌਤ ਹੁਣ ਵੀ ਆਈ, ਹੁਣ ਵੀ ਆਈ। ਉਹਦਾ ਕੀ ਇਲਾਜ ਹੈ ਜੀ, ਉਹ ਤਾਂ ਆਏਗੀ ਇੱਕ ਦਿਨ, ਤੁਰਨਾ। ਫਿਰ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆਵਰ ਕਾਜ ਤੇਰਾ। ਕਿਤੇ ਨਾ ਕਾਮ ਮਿਲ ਸਾਧ ਸੰਗਤ, ਭਜ ਕੇਵਲ ਨਾਮ। ਇੱਕ ਪ੍ਰਮਾਤਮਾ ਦਾ ਨਾਮ ਜਪੋ। ਆ ਸਰੀਰ ਜਿਹੜਾ ਮਿਲਿਆ ਰੱਬ ਨੂੰ ਮਿਲਣ ਵਾਸਤੇ ਮਿਲਿਆ। ਉਹ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਭਾਵ ਸਰੀਰ ਜਿਹੜਾ ਮਿਲਿਆ ਕਿ ਗੁਰੂ ਕੇ ਕਿਰਪਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇ ਹੀ ਪਾਈ। ਗੁਰੂ ਦੀ ਕਿਰਪਾ ਨਾਲ ਭਗਤੀ ਕਮਾਉਣੀ ਹੈ, ਤਾਂ ਅਸੀਂ ਮਾਨਸ ਦੇ ਹੀ ਪਾਈ ਹੈ, ਤਾਂ ਮਿਲੀ ਹੈ। ਹੁਣ ਜੇ ਇਹਨੂੰ ਏਦਾਂ ਹੀ ਗਵਾਵਾਂਗੇ, ਜੇ ਏਦਾਂ ਹੀ ਗਵਾਵਾਂਗੇ, ਇਸ ਦੇਹੀ ਕੋ ਸਿਮਰੇ ਦੇਵ। ਆ ਦੇਹ ਨੂੰ, ਸਰੀਰ ਨੂੰ ਜਿਹੜਾ ਮੈਂ ਕੌਡੀਆਂ ਦੇ ਭਾਅ ਵੇਚਦਾ ਫਿਰਦਾ ਨਾ, ਜਾਂਦਾ ਵਿਕਾਰਾਂ ਚ ਗੁਜ਼ਾਰ ਰਿਹਾ ਬੰਦਾ, ਜਾਂਦੀ ਹੈ ਜ਼ਿੰਦਗੀ ਗੁਜ਼ਰਦੀ। ਸੋ ਦੇਹੀ ਭਜ ਹਰ ਕੀ ਸੇਵ। ਆ ਦੇਹ ਜਿਹੜੀ ਆ ਉਹਦੀ ਸੇਵਾ ਕਰਨ ਦੇ ਲਈ ਮਿਲੀ ਆ। ਉਹਦੀ ਸੇਵਾ ਕਮਾਉਣਾ ਕੀ ਹੈ ਜੀ, ਬੰਦਾ ਰੱਬ ਦੇ ਰਾਹ ਤੇ ਤੁਰੇ, ਸ਼ੁਭ ਕਰਮ ਕਰੇ, ਆਪਣੇ ਪਰਿਵਾਰ 'ਚ ਆਪਣੇ ਕੰਮਾਂ 'ਚ ਪਿਆਰ ਪਾਵੇ, ਸ਼ੁੱਧ ਬਿਰਤੀ ਨਾਲ ਤੁਰੇ, ਹੱਕ ਸੱਚ ਦੀ ਕਮਾਈ ਕਰਕੇ ਤੁਰੇ। ਆ ਸੰਸਾਰ 'ਚ ਆਉਣਾ ਸਫਲ ਆ। ਜ਼ਿੰਦਗੀ ਤਾਂ ਗੁਜ਼ਰੇ ਜਾਣੀ ਆ, ਚੰਗੀਆਂ 'ਚ ਗੁਜ਼ਾਰ ਲਓ, ਮਾੜਿਆਂ 'ਚ ਗੁਜ਼ਾਰ ਲਓ। ਆ ਜਿਹੜਾ ਸਰੀਰ ਸਾਨੂੰ ਮਿਲਿਆ ਨਾ ਜੀ, ਆ ਸਰੀਰ ਨੂੰ ਜਿਹਦੀ ਅਸੀਂ ਕਦਰ ਨਹੀਂ ਕਰਦੇ, ਲੋਕਾਂ ਦੇ ਤਰਸ ਬਾਅਦ ਵਿੱਚ ਕਰ ਲਾਂਗੇ, ਦੂਜਿਆਂ ਤੇ ਤਰਸ ਦਰਦ ਬਾਅਦ ਵਿੱਚ ਮਹਿਸੂਸ ਕਰ ਲਾਂਗੇ। ਦੂਸਰਿਆਂ ਦਾ ਆਪਣਾ ਕਰ ਲਿਆ ਕਰੋ ਮਹਿਸੂਸ। ਆਪਣੇ ਆਪ ਤੇ ਬੰਦਾ ਤਰਸ ਕਰ ਲੈ। ਇਹ ਸੋਚ ਲੈ ਸੱਜਣਾ, ਜਿਹੜਾ ਅੱਜ ਮੈਂ ਕਰਨ ਲੱਗਿਆ ਨਾ ਮਾੜਾ, ਉਹ ਭਰੂ ਜ਼ਰੂਰ, ਉਹਦਾ ਲੇਖਾ ਕੱਲ ਨੂੰ ਦੇਊਂਗਾ। ਇਹ ਸਾਤੀ ਮਾਰ ਲੈ ਬੰਦਾ। ਸਿਆਣੇ ਕਹਿੰਦੇ ਆ, ਉਹ ਭਾਈ ਆ ਕੰਮ ਜਿਹੜਾ ਤੂੰ ਕਰਨ ਲੱਗਿਆ, ਲੰਬੀ ਨਿਗਾਹ ਮਾਰਨੀ, ਇਹਦਾ ਨਤੀਜਾ ਕੀ ਨਿਕਲੂਗਾ। ਸਿਆਣੇ ਕਹਿੰਦੇ ਆ ਜੀ ਕਿ ਲੰਬੀ ਨਿਗਾਹ ਮਾਰ ਲਈ। ਮਹਾਰਾਜ ਐਵੇਂ ਨਹੀਂ ਕਹਿੰਦੇ ਜੀ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ। ਮਾੜਾ ਭੁੱਲ ਕੇ ਵੀ ਨਾ ਕਰੀ, ਲੰਮੀ ਨਿਗਾਹ ਮਾਰ ਲਈ ਵੀ ਇਹਦਾ ਰਿਜ਼ਲਟ ਕੀ ਆਊਗਾ। ਬਾਅਦ 'ਚ ਪਤਾ ਲੱਗਦਾ। ਬੱਚਾ ਜਦੋਂ ਪੇਪਰ ਦੇ ਆਉਂਦਾ ਨਾ ਜੀ, ਉਦੋਂ ਤਾਂ ਮਸਤੀ ਹੋ ਕੇ ਵੀ ਕਰਤਾ ਜੀ, ਹੋ ਗਿਆ, ਨੱਚਦਾ ਆਉਂਦਾ, ਭੱਜਦਾ ਆਉਂਦਾ। ਜਿੱਦੇ ਰਿਜ਼ਲਟ ਆਉਂਦਾ ਫਿਰ ਉਦੋਂ ਪਤਾ ਲੱਗਦਾ ਵੀ ਕੀ ਕੁਛ ਕੀਤਾ। ਆਈਲੈਟਸ ਕਰਦੇ ਆ ਬੱਚੇ, ਹਾਂ ਜੀ ਵਧੀਆ ਹੋ ਗਿਆ, ਕਿੰਨੇ ਪੈਸੇ ਖਰਾਬ ਹੁੰਦੇ ਆ, ਸਮਾਂ ਬਰਬਾਦ ਹੁੰਦਾ। ਚਲੋ ਬੰਦਾ ਦੁਬਾਰੇ ਕਰ ਲੂ। ਉਹ ਤਾਂ ਇੱਕ ਦਿਨ ਜੀਵਨ ਦਾ ਪੇਪਰ ਹੋਏਗਾ ਸਭ ਦਾ, ਉੱਥੇ ਟਾਈਮ ਨਹੀਂ ਮਿਲਣਾ।
ਆਪਸ਼ਨਾਂ ਨਹੀਂ ਮਿਲਣਗੀਆਂ ਵੀ ਚੱਲ ਇੱਕ ਟਾਈਮ ਤੈਨੂੰ 골ਡਨ ਚਾਂਸ ਦੇਤਾ, 3 ਚਾਂਸ ਮਿਲਦੇ ਆ ਨਾ ਸੰਸਾਰ 'ਚ। ਪੜ੍ਹਾਈ ਜਿਹੜੀ ਆ, ਬੰਦਾ ਦੁਬਾਰੇ ਵੀ ਹੋਰ ਪੈਸੇ ਵੱਧ ਲਾ ਕੇ ਰਿਸ਼ਵਤ ਦੇ ਕੇ ਹੋਰ ਚਾਂਸ ਲੈ ਲੈਂਦਾ ਦੁਬਾਰੇ ਪਾਸ ਹੋਣ ਦਾ। ਇੱਥੇ ਨਹੀਂ ਮਿਲਦਾ, ਇੱਕ ਵਾਰੀ ਹੋਊਗਾ ਪੇਪਰ ਇੱਕ ਦਿਨ, ਉਹ ਬਾਅਦ ਵਿੱਚ ਰਿਜ਼ਲਟ ਆਉਣਾ ਉਹਦਾ, ਜਿਹੜਾ ਕਮਾਵਾਂਗੇ ਕਰਾਂਗੇ। ਰਿਜ਼ਲਟ ਕੀ ਨਿਕਲੂ ਇਹ ਵੇਖੀਏ। ਦੁਨੀਆ 'ਚ ਆਉਂਦਾ ਰਿਜ਼ਲਟ ਚਲੋ ਦੁਬਾਰੇ ਵਧੀਆ ਕੱਢ ਲਾਂਗੇ ਆਪਾਂ, ਟਿਊਸ਼ਨ ਲਾ ਲਾਂਗੇ, ਹੋਰ ਪੈਸਾ ਕਮਾ ਦਾਂਗੇ, ਉਹ ਆ ਦੁਨਿਆਵੀ ਖੇਡਾਂ। ਇੱਥੇ ਨਹੀਂ ਚੱਲਦੀ ਰਿਸ਼ਵਤ, ਨਾ ਦੁਬਾਰਾ ਕੋਈ ਕੰਡੀਸ਼ਨਾਂ ਲੱਗਣਗੀਆਂ ਵੀ ਲੱਗ ਗਈਆਂ ਦੁਬਾਰੇ ਚਲੋ ਟਾਈਮ ਦੇ ਦੇਣਗੇ, ਨਹੀਂ ਵੀ ਦੁਬਾਰੇ ਕੱਢ ਲਾਂਗੇ, ਨਹੀਂ ਭਾਈ ਇੱਕ ਵਾਰੀ ਹੋਏਗਾ ਪੇਪਰ। ਲੰਮੀ ਨਿਗਾਹ ਮਾਰ ਲਈ, ਇਹਦਾ ਨਤੀਜਾ ਕੀ ਨਿਕਲੂਗਾ। ਸਮਾਂ ਮਿਲਿਆ ਇਹਨੂੰ ਅਜਾਈ ਨਾ ਗਵਾਈਏ, ਇਹ ਨਾ ਹੋਵੇ ਮਾਇਆ ਕਾਰਨ ਵਿਦਿਆ ਵਿੱਚ ਜਨਮ ਅਬਿਰਥਾ ਜਾਈ, ਸਾਰਾ ਜਨਮ ਹੀ ਬਿਰਥਾ ਚਲਾ ਜਾਏ। ਆਹ ਸਰੀਰ ਜਿਹੜਾ ਸਾਨੂੰ ਮਿਲੇ, ਆਪਾਂ ਨੂੰ ਮਿਲਿਆ ਸਭ ਨੂੰ, ਆਹ ਸਰੀਰ ਨੂੰ ਦੇਵਤੇ ਵੀ ਲੋਚਦੇ ਨੇ। ਐਵੇਂ ਨਹੀਂ ਬਾਣੀ ਕਹਿੰਦੀ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਆ ਦੇਹ ਨੂੰ ਦੇਵਤੇ ਸਿਮਰਦੇ ਆ, ਕਿਉਂ ਕਿ ਰੱਬ ਦੀ ਬੰਦਗੀ ਕਰ ਸਕੀਏ। ਦੇਵਤਿਆਂ ਕੋਲ ਮਨ ਹੈ ਤੇ ਰਾਖਸ਼ਾਂ ਕੋਲ ਤਨ ਹੈ, ਉਹ ਸਿਰਫ ਆਪਣਾ ਆਪਣਾ ਸਰੀਰ ਬਸ, ਉਹਨਾਂ ਕੋਲ ਮਨ ਨਹੀਂ, ਮਤ ਬੁੱਧ ਨਹੀਂ ਆ। ਉਹ ਰਾਖਸ਼ ਬੁੱਧੀ, ਆਪਾਂ ਕਹਿੰਦੇ ਵੀ ਰਾਖਸ਼ ਬਣ ਗਏ, ਉਹ ਆਪਣਾ ਪਰਾਇਆ ਨੇ ਬੰਦਾ ਵੇਖਦਾ, ਬੰਦਾ ਫਿਰ ਜਿਹੜਾ ਰਾਖਸ਼ ਬਣ ਜਾਂਦਾ ਹੈ। ਤੇ ਤਨ ਤੇ ਮਨ ਦਾ ਸ਼ਮੇਲ, ਸਾਡੇ ਕੋਲ ਤਨ ਵੀ ਹੈ ਮਨ ਵੀ ਆ। ਆ ਸਰੀਰ 'ਚ ਬੰਦਾ ਰਾਖਸ਼ ਵੀ ਬਣ ਜਾਂਦਾ ਹੈ, ਦੇਵਤਾ ਵੀ ਬਣ ਜਾਂਦਾ ਹੈ। ਫਿਰ ਆ ਦੇਹ ਸਰੀਰ ਜਿਹੜਾ ਸਾਨੂੰ ਮਿਲਿਆ ਪ੍ਰੇਮੀਓ, ਆ ਦੇਹ ਨੂੰ ਸਰੀਰ ਨੂੰ ਦੇਵਤੇ ਵੀ ਲੋਚਦੇ ਆ। ਦੇਵਤੇ ਉਹ ਵੀ ਚਾਹੁੰਦੇ ਆ ਸਾਨੂੰ ਸਰੀਰ ਮਿਲੇ। ਇੰਦਰਪੁਰੀ ਦਾ ਰਾਜਾ, ਜੇ ਸਭ ਤੋਂ ਕੋਈ ਅਮੀਰ ਹੈ ਨਾ ਤਿੰਨੇ ਲੋਕਾਂ 'ਚ, ਉਹ ਇੰਦਰਪੁਰੀ ਦਾ ਰਾਜਾ ਹੈ। ਇੰਦਰ 2500 ਕੋ ਇੱਕ ਵਾਹੀ ਹੈ ਇੰਦਰਪੁਰੀ ਦੀ, ਇੱਕ ਵਾਹੀ 2500 ਕੋ ਆ ਜੀ। 33 ਕਰੋੜ ਦੇਵੀ ਦੇਵਤੇ ਜਿੱਥੇ ਮੱਥਾ ਟੇਕਦੇ ਹੋਣ ਰੋਜ਼, 33 ਕਰੋੜ ਵੈਸੀ ਹੋ ਗਿਆ ਕਿ 1 ਰੁਪਈਆ ਵੀ ਬੰਦਾ ਟੇਕਦਾ, ਜਿਹਨੂੰ 33 ਕਰੋੜ ਰੋਜ਼ ਬੰਦਾ ਮੰਦਾ ਟੇਕੇ 1 ਰੁਪਈਆ, 33 ਕਰੋੜ ਦਾ ਸਿੱਧੀ ਹੋ ਗਿਆ ਜੀ। ਸਭ ਤੋਂ ਅਮੀਰ ਉਹ ਹੈ ਇੰਦਰਪੁਰੀ ਦਾ ਰਾਜਾ, ਉਹ ਵੀ ਲੋਚਦਾ ਸਰੀਰ ਨੂੰ। ਸੁਣੋ ਵਿਚਾਰ, ਆਪਣੇ ਉਪ ਇੰਦਰ ਨੂੰ, ਉਪ ਅਧਿਕਾਰੀ, ਉਪ ਇੰਦਰ, ਜਿਵੇਂ ਆਪਾਂ ਵਾਈਸ ਪ੍ਰਿੰਸੀਪਲ ਕਹਿ ਦਿੰਦੇ ਆ, ਜਾਂ ਮੀਤ ਗ੍ਰੰਥੀ ਕਹਿ ਦਿੰਦੇ ਆ, ਜਾਂ ਮੀਤ ਪ੍ਰਧਾਨ ਕਹਿ ਦਿੰਦੇ ਆ, ਹੁੰਦੇ ਆ ਨਾ ਜੀ ਛੋਟੇ। ਪਹਿਲਾਂ ਹੈੱਡ ਹੁੰਦਾ, ਫਿਰ ਉਹਦੇ ਇੱਕ ਛੋਟਾ ਹੁੰਦਾ ਵੀ ਕਈ ਵਾਰ ਉਹਨਾਂ ਪਰਾਂ ਜਾਣਾ ਪੈ ਜੇ, ਉਹਦਾ ਕੰਮ ਬੰਦਾ ਸੰਭਾਲ ਲੇ, ਵਾਈਸ ਪ੍ਰਿੰਸੀਪਲ। ਏਦਾਂ ਉਹਨੇ ਆਪਣੇ ਉਪਿੰਦਰ ਨੂੰ ਬੁਲਾਇਆ, ਸਭ ਨੂੰ ਇਕੱਠੇ ਕੀਤਾ। ਉਹ ਕਹਿੰਦਾ ਵੀ ਗੱਦੀ ਤੇ ਬਹਿ, ਸਿੰਘਾਸਣ ਤੇ ਬਹਿ। ਇੰਦਰ ਕਹਿੰਦਾ, ਉਹ ਕਹਿੰਦਾ ਕਿਉਂ? ਉਹ ਕਹਿੰਦਾ ਮੈਂ ਮਾਤ ਲੋਕ 'ਚ ਜਾਣਾ ਹੈ। ਇੰਦਰ ਕਹਿੰਦਾ ਮੈਂ ਮਾਤ ਲੋਕ ਦੇ ਵਿੱਚ ਜਾਣਾ ਹੈ। ਉਹ ਕਹਿੰਦੇ ਕਾਹਦੇ ਵਾਸਤੇ ਜਾਣਾ? ਮਾਤ ਲੋਕ 'ਚ ਉੱਥੇ ਤਾਂ ਨਿਰੀ ਗੰਦਗੀ, ਉੱਥੇ ਜਾ ਕੇ ਤੂੰ ਕੀ ਕਰੇਗਾ? ਉੱਥੇ ਕੀ ਕਰਨਾ ਤੂੰ ਜਾ ਕੇ? ਇੰਦਰ ਨੂੰ ਕਹਿੰਦੇ ਉਹ ਕਹਿੰਦੇ ਉੱਥੇ ਜਾ ਕੇ ਮੈਂ ਗੁਰੂ ਨਾਨਕ ਦਾ ਜਸ ਕਰਨਾ। ਆਖੋ ਸਤਨਾਮ। ਆ ਬਾਣੀ ਐਵੇਂ ਨਹੀਂ ਵੀ ਆਮ ਜੀਆਂ ਗੱਲਾਂ ਨੇ, ਕੋਈ ਮੰਨੀ ਜਾਵੇ, ਆਦਬ ਸਤਿਕਾਰ ਨਾ ਦੇਵੇ ਮਹਾਰਾਜ ਨੂੰ, ਬਾਣੀ ਨੂੰ, ਮਰਜੀ ਅਗਲੇ ਦੀ। ਐਵੇਂ ਨਹੀਂ ਆ ਬਾਣੀ ਬਾਣਾ ਮਹਾਰਾਜ ਬਾਜਾਂ ਵਾਲੇ ਦੇ ਕੇ ਚੱਲ ਰਹੇ ਨੇ ਦਿਨ ਉਹਨਾਂ ਦੇ, ਐਵੇਂ ਨਹੀਂ ਦੇ ਗਏ। ਆ ਜਿਹੜੀ ਬਾਣੀ ਸਾਡੇ ਕੋਲ ਆ ਨਾ, ਸਾਡੇ ਸਾਹਮਣੇ ਆ, ਇਹੀ ਬਾਣੀ ਸੱਚਖੰਡ ਦੇ ਵਿੱਚ ਪ੍ਰਕਾਸ਼। ਆਖੋ ਸਤਨਾਮ। ਆ ਬਾਣੀ ਦਾ ਸੱਚਖੰਡ ਦੇ ਵਿੱਚ ਪ੍ਰਕਾਸ਼ ਹੈ। ਐਵੇਂ ਮਹਾਰਾਜ ਕਹਿੰਦੇ ਜੀ, ਧੁਰ ਕੀ ਬਾਣੀ ਆਈ ਤਿਨ ਸਗਲੀ, ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨਾ, ਹਰਿ ਨਾਨਕ ਸਾਚ ਬਖਾਨਾ। ਆ ਬਾਣੀ ਸੱਚਖੰਡ ਦੇ ਵਿੱਚ ਪ੍ਰਕਾਸ਼ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ
ਫਿਰ ਇਹਨੂੰ ਵਿਚਾਰਦਾ ਵੀ ਕੋਈ ਵਿਰਲਾ ਹੀ ਹੈ ਗੁਰਮੁਖ ਬੰਦਾ। ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ, ਇਹਦਾ ਵਾਸਾ ਹੀ ਸੱਚਖੰਡ ਦੇ ਵਿੱਚ ਹੈ। ਬਾਣੀ ਕਹਿ ਰਹੀ ਹੈ ਪੁਕਾਰ ਪੁਕਾਰ ਕੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਬਾਣੀ ਦੀ ਵਿਚਾਰ ਹੈ। ਆ ਬਾਣੀ ਧੁਰੋਂ ਦਰਗਾਹ ਚੋਂ ਆਈ ਆ, ਅਕਾਲ ਪੁਰਖ ਪਰਮੇਸ਼ਰ ਦੀ ਬਾਣੀ ਹੈ ਜੀ। ਕਹਿੰਦੇ ਆ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਬਹੁਤ ਸ਼ੁੱਧ, ਬਹੁਤ ਕੀਮਤੀ ਵਿਚਾਰਾਂ ਨੇ। ਨਾਵੈ ਕੀ ਮਿਤ ਮਿਤ ਕਹੀ ਨਾ ਜਾਏ, ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ। ਆ ਨਾਮ ਦੀ ਬਾਣੀ ਦੀ ਕੋਈ ਕੀਮਤ ਨਹੀਂ, ਅਸੀਂ ਮੁੱਲ ਨਹੀਂ ਦੇ ਸਕਦੇ, ਨਾ ਲੈ ਸਕਦੇ ਆ ਮੁੱਲ ਬਾਣੀ ਦਾ। ਇਹ ਉਹ ਧੁਰੋਂ ਦਰਗਾਹ ਚੋਂ ਆਈ ਹੋਈ ਬਾਣੀ ਆ। ਸੁਰੋਹ ਵਿਚਾਰ ਇੰਦਰ ਕਹਿੰਦਾ ਮੈਂ ਮਾਤ ਲੋਕ ਚ ਜਾ ਕੇ ਗੁਰੂ ਨਾਨਕ ਦਾ ਜਸ ਸੁਣਨਾ, ਜਸ ਕਰਨਾ। ਉਹ ਕਹਿੰਦੇ ਇੰਦਰਾ ਰਾਜੇ ਆਪਾਂ ਇੱਥੇ ਹੀ ਕਰ ਲੈਂਦੇ ਆ ਜਸ ਗੁਰੂ ਨਾਨਕ ਦਾ, ਕਿੱਡੀ ਕੁ ਵੱਡੀ ਗੱਲ ਹੈ, ਉੱਥੇ ਜਾਣ ਦੀ ਕੀ ਲੋੜ ਹੈ, ਮਾਤ ਵਿੱਚ ਜਾਣ ਦੀ ਕੀ ਲੋੜ ਆ, ਆਪਾਂ ਇੱਥੇ ਹੀ ਜਸ ਕਰ ਲੈਂਦੇ ਆ, ਇੱਥੇ ਸੁਣਾ ਦਿੰਦੇ ਆ ਤੁਹਾਨੂੰ ਬਾਣੀ ਗੁਰੂ ਨਾਨਕ ਦੀ। ਕਹਿੰਦੇ ਨਹੀਂ, ਉੱਥੇ ਜਾਣਾ ਮੈਂ। ਬੜਾ ਉਹਨਾਂ ਨੇ ਹਾੜੇ ਕੱਢੇ ਜੀ, ਬੜਾ ਰੋਕਿਆ ਵੀ ਤੂੰ ਨਾ ਜਾ। ਜਾਊਂ ਕਹਿੰਦਾ ਮੈਂ ਪੱਕਾ, ਜੋ ਮਰਜ਼ੀ ਹੋ ਜੇ, ਜਸ ਸੁਣ ਰਿਹਾ ਮੈਂ ਗੁਰੂ ਨਾਨਕ ਦਾ, ਜਾਣਾ ਜ਼ਰੂਰ ਹੈ ਗੁਰੂ ਨਾਨਕ ਦੇ ਘਰੇ। ਸੰਸਾਰ ਵਿੱਚ ਜਾ ਕੇ, ਮਾਤ ਲੋਕ ਚ ਜਾ ਕੇ ਮਨੁੱਖਾ ਸਰੀਰ ਧਾਰਨ ਕਰਕੇ ਮੈਂ ਜਸ ਜ਼ਰੂਰ ਕਰਨਾ। ਉਹ ਗੁਰੂ ਨਾਨਕ ਦਾ, ਪ੍ਰਮਾਤਮਾ ਦਾ। ਬੜਾ ਜ਼ੋਰ ਪਾਇਆ ਜੀ ਉਹਨਾਂ ਨੇ ਰੋਕਣ ਦਾ, ਪਰ ਉਹ ਨਹੀਂ ਰੁਕਿਆ। ਤੁਰ ਪਿਆ ਆਪਣੇ ਉਪ ਇੰਦਰ ਨੂੰ ਬਿਠਾ ਕੇ ਆਪਣੀ ਰਾਜ ਗੱਦੀ ਤੇ, ਆ ਗਿਆ ਸੰਸਾਰ ਦੇ ਵਿੱਚ, ਗੁਰੂ ਨਾਨਕ ਦੇ ਘਰ ਆ ਗਿਆ। ਆ ਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਫਿਰ ਗੁਰੂ ਨਾਨਕ ਦਾ ਜਸ ਸੁਣਦਾ, ਰੱਬ ਰੱਬ ਕਰਦਾ, ਬੰਦਗੀ ਕਰਦਾ। ਗੁਰੂ ਨਾਨਕ ਦੇ ਲੰਗਰ ਦੇ ਵਿੱਚ ਲੱਕੜਾਂ ਢੋਂਦਾ, ਸੇਵਾ ਕਰਦਾ, ਪਾਣੀ ਢੋਂਦਾ। ਕੱਪੜੇ ਫਟ ਗਏ, ਪੈਰਾਂ ਦੇ ਵਿੱਚੋਂ ਖੂਨ ਸਿੰਮਦਾ, ਬੁਰਾ ਹਾਲ ਹੋ ਗਿਆ ਜੀ ਅੰਦਰ ਦਾ। ਇੰਨਾ ਮਸਤ ਹੋ ਗਿਆ, ਮਗਰੂਰ ਹੋ ਗਿਆ ਸੇਵਾ ਦੇ ਵਿੱਚ, ਇਤਨਾ ਮਸਤ, ਰੱਬ ਰੱਬ ਕਰਦਾ, ਗੁਰੂ ਨਾਨਕ ਦਾ ਜਸ ਕਰਦਾ ਫਿਰਦਾ। ਕਹਿੰਦੇ ਆ ਐਸਾ ਮਗਨ ਹੋਇਆ, ਐਸੀ ਬਿਰਤੀ ਜੁੜੀ, ਰੱਬ ਰੱਬ ਕਰਦੇ ਨੂੰ, ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਕਰਦੇ ਨੂੰ। ਆਪਣੇ ਵਿੱਚ ਪਤਾ ਨਹੀਂ ਕਿਹੜਾ ਕੋਈ ਦੇਵਤਾ ਰੂਪ ਹੋਵੇ, ਕੋਈ ਪਤਾ ਨਹੀਂ ਕਿਹੜਾ ਕਿੱਥੇ ਕਿਵੇਂ ਆ ਜੇ, ਰੱਬ ਕਿਹੜੇ ਕਿਹਦੇ ਰੂਪ ਚ ਆ ਜੇ ਜੀ, ਕਿੱਥੇ ਕੋਈ ਕਿਵੇਂ ਫਿਰਦਾ ਹੋਵੇ, ਕੋਈ ਪਤਾ ਨਹੀਂ। ਨਾਮਦੇਵ ਕੋਲੇ ਕੁੱਤਾ ਬਣ ਕੇ ਆ ਗਿਆ ਸੀ ਪਰਮਾਤਮਾ, ਉਹਦੀਆਂ ਰੋਟੀਆਂ ਲੈ ਗਏ ਸੀ ਨਾ, ਜੋ ਕਿ ਨਾਮ ਦਾ ਫਿਰ ਪਿੱਛੇ ਘਿਓ ਚੱਕੀ ਫਿਰਦਾ ਸੀ, ਕਹਿੰਦਾ ਸੁੱਕੀਆਂ ਕੋਈ ਖਾਨਾ ਚੋਪੜ ਕੇ ਖਾ ਲੈ। ਪਛਾਣ ਲਿਆ ਸੀ ਉਹਨੇ। ਇਹ ਕਿਸੇ ਕਿਸੇ ਨੂੰ ਪਤਾ ਲੱਗਦਾ ਹੈ ਰੱਬ ਦੇ ਪਿਆਰਿਆਂ ਦਾ, ਕੌਣ ਕਿੱਥੇ ਕਿਵੇਂ ਆ। ਸਾਡੇ ਕੋਲ ਦੀ ਪਤਾ ਨਹੀਂ ਕਿੰਨੇ ਕੁ ਵਾਰੀ ਕੋਈ ਲੰਘਿਆ ਹੋਏਗਾ ਰੱਬ ਦਾ ਪਿਆਰਾ, ਕੋਈ ਪਤਾ ਭਰੋਸਾ ਨਹੀਂ ਜੀ। ਉਦਾਂ ਦੀ ਬਿਰਤੀ ਜਿਸ ਦਿਨ ਬਣੀ ਹੋਊਗੀ, ਪਤਾ ਲੱਗ ਜੂਗਾ, ਅੰਦਰ ਤਾਰਾਂ ਛੜ ਜਾਣਗੀਆਂ, ਤਰੰਗਾਂ ਹਿੱਲਣਗੀਆਂ ਅੰਦਰ, ਵੀ ਕੋਈ ਅੱਜ ਮਿਲਿਆ ਰੂਹ ਨੂੰ ਸਕੂਨ ਦੇਣ ਵਾਲਾ। ਸਰੋਹ ਵਿਚਾਰ ਉਹ ਕਹਿੰਦੇ ਸੇਵਾ ਕਰਦੇ ਕਰਦੇ ਨੂੰ ਇੰਦਰ ਨੂੰ ਗੁਰਮੁਖੋ 100 ਸਾਲ ਬੀਤ ਗਏ। 100 ਸਾਲ, ਇੱਕ ਸਦੀ ਪੂਰੀ। ਹੁਣ ਇੱਥੇ ਸਵਾਲ ਖੜਾ ਹੋ ਗਿਆ ਵੀ ਗੁਰੂ ਨਾਨਕ ਤਾਂ ਹੁਣ ਆਇਆ ਸੀ, 300, 400, 500 ਸਾਲ ਹੋਏ ਆ, ਇੰਦਰ ਕਦੋਂ ਆ ਗਿਆ ਸੰਸਾਰ 'ਚ? ਸਵਾਲ ਹੁਣ ਕਿੰਤੂ ਪਰੰਤੂ ਕਰਨ ਵਾਲੇ ਖੜਾ ਕਰ ਦਿੰਦੇ ਆ ਸਵਾਲ, ਵੀ ਐਵੇਂ ਕਿਵੇਂ ਹੋ ਜੂ। ਭਾਈ ਗੁਰਦਾਸ ਨੂੰ ਪੜ੍ਹੋ, ਕਿੰਤੂ ਪਰੰਤੂ ਦਾ ਲੱਖ ਕਰਨੇ ਆਪਾਂ, ਸ਼ਰਧਾ ਕਿਤੇ ਕਿਤੇ ਬਣਦੀ ਆ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ 36 ਯੁੱਗ ਦੀ ਭਗਤੀ ਲਿਖੀ ਹੈ। 36 ਯੁੱਗ ਐਵੇਂ ਨਹੀਂ, ਕੋਈ ਆਮ ਜੀ ਗੱਲ ਨਹੀਂ ਸੀ ਗੁਰੂ ਨਾਨਕ। ਉਹ ਤਾਂ ਚਲੋ ਆਪਾਂ ਮੰਨਦੇ ਆ ਵੀ 1469 ਈਸਵੀ ਨੂੰ ਆਏ, 1539 ਨੂੰ ਚਲੇ ਗਏ ਸੰਸਾਰ ਚੋਂ ਸਰੀਰ ਕਰਕੇ। ਮੰਨਦੇ ਆ ਆਪਾਂ ਕਿ 1469 ਨੂੰ ਆਉਣਾ ਹੋਇਆ, ਉਹਨਾਂ ਦਾ ਜਨਮ ਹੋਇਆ, ਪੰਜਾਬੀ ਚ ਆਪਾਂ ਕਹਿ ਲਈਏ ਵੀ ਆ ਕੇ ਉਹਨੂੰ ਪ੍ਰਗਟ ਹੋਏ ਉਹ ਰਾਏ ਭੋੜੀ ਤੇ ਤਲਮੰਡੀ ਤੇ ਕਰਤਾਰਪੁਰ ਸਾਹਿਬ ਤੋਂ ਉਹ 1539 ਨੂੰ ਚਲੇ ਗਏ। ਆਪਣੀਆਂ ਵਿਚਾਰਾਂ ਨੇ ਕਿੰਤੂ ਪਰੰਤੂ ਜਦੋਂ ਕਰਾਂਗੇ ਵੀ ਕਦੋਂ ਆ ਗਿਆ ਉਹ ਇੰਦਰ, ਕਦੋਂ ਉਹਨੇ 100 ਸਾਲ ਗੁਰੂ ਨਾਨਕ ਦੇ ਘਰ 'ਚ ਲੱਕੜਾਂ ਢੋਲੀਆਂ, ਬੰਦਾ ਕਹੂਗੀ। ਭਾਈ ਗੁਰਦਾਸ ਜੀ ਨੇ 36 ਯੁੱਗ ਭਗਤੀ ਲਿਖੀ ਹੈ।
ਇੱਕ ਯੁੱਗ ਦੀ ਕਿੰਨੀ ਉਮਰ ਹੁੰਦੀ ਹੈ? ਵੇਖ ਲਓ, ਫਿਰ ਵਿਚਾਰ ਲਓ। ਰੋੜਾਂ ਦੀ ਕਰ ਛੇਜ ਵਿਛਾਈ, ਐਸੀ ਬੰਦਗੀ ਕਠਨ ਤਪੱਸਿਆ ਕੀਤੀ। ਗੁਰੂ ਨਾਨਕ ਕੌਣ ਹੈ? ਨਾਨਕ ਨਾਮ ਦੇ ਆਪਾਂ ਅਰਥ ਕਰਾਂਗੇ ਨਾ ਭਾਈ ਗੁਰਦਾਸ ਦੀਆਂ 12 ਚੋਂ, ਬਹੁਤ ਡੂੰਘਾਈ ਚ ਉਤਰਨਾ ਪੈਣਾ। ਨਾਨਕ ਹੁੰਦਾ ਕੀ ਹੈ? ਬਾਣੀ ਪੜ੍ਹ ਲਓ, ਭੱਟਾਂ ਦੇ ਸਵਈਏ ਪਾਵਨ ਪਵਿੱਤਰ ਬਚਨ ਮਹਾਰਾਜ ਦੀ ਬਾਣੀ ਦੇ। ਉਹ ਕਹਿੰਦੇ ਆ ਜੀ, ਨਾਨਕ ਨਾਮ ਨਿਰੰਜਨ ਜਾਨੋ। ਨਾਨਕ ਨਾਮ ਜਿਹੜਾ ਨਿਰੰਜਨ ਹੈ, ਮੈਲ ਤੋਂ ਰਹਿਤ। ਨਿਰੰਜਨ ਕੌਣ ਹੈ ਜੀ? ਅਕਾਲ ਪੁਰਖ ਪਰਮਾਤਮਾ। ਨਾਨਕ ਨਿਰੰਕਾਰ, ਉਹ ਤਾਂ ਨਾਨਕ ਨਿਰੰਕਾਰ ਹੈ। ਨਾਨਕ ਨੂੰ ਆਪਾਂ ਨਿਰੰਕਾਰ ਕਹਿੰਦੇ, ਰੱਬ ਰੂਪ ਕਹਿੰਦੇ ਆ, ਨਿਰੰਕਾਰ ਦਾ ਰੂਪ ਕਹਿੰਦੇ, ਫਿਰ ਨਿਰੰਕਾਰ ਦਾ ਸਦੀ ਹੈ। 36 ਯੁੱਗ ਬੰਦਗੀ ਲਿਖੀ ਹੈ ਭਾਈ ਗੁਰਦਾਸ ਜੀ ਨੇ। ਰੋੜਾਂ ਦੀ ਗੁਰ ਸੇਜ ਵਸਾਈ, ਰੋੜਾਂ ਦੀ ਸੇਜ ਵਸਾ ਲੈਣੀ, ਬੰਦਗੀ ਕਰਨੀ ਵੀ ਨੀਂਦ ਨਾ ਆ ਜਾਏ। ਕੀਲੇ ਨਾਲ ਆਪਣੇ ਕੇਸ ਬੰਨ ਲੈਣੇ, ਵਾਲ ਬੰਨ ਲੈਣੇ ਕਿ ਟੂਲਾ ਨਾ ਆਵੇ, ਮੈਂ ਬੰਦਗੀ ਕਰਾਂ ਇੰਨਾ ਟਾਈਮ ਖੜ ਕੇ। ਤੇ ਸਾਨੂੰ ਤਾਂ 5 ਮਿੰਟ ਬੈਠਿਆ ਨਹੀਂ ਜਾਂਦਾ, ਸੰਗਤ 'ਚ ਗੁਟਕਾ ਨਹੀਂ ਫੜਿਆ ਜਾਂਦਾ, ਇੱਥੇ ਆਲਸ ਪੈਣ, ਬਾਸੀਆਂ ਲੱਗ ਜਾਂਦੀਆਂ ਨੇ। ਰੱਬ ਰੱਬ ਕਰਨਾ ਸੌਖਾ ਨਹੀਂ। 5 ਮਿੰਟ ਬਹਿਣਾ ਪੈ ਜਾਣਾ, ਗੋਡੇ ਕਦੇ ਮੂਧੇ ਕਦੇ ਸਿੱਧੇ, ਕਦੇ ਢੋਂ ਲਾਊ ਬੰਦਾ, ਕਦੇ ਕੁਛ ਕਰੂ ਕਦੇ ਕੁਛ ਕਰੂ। ਕਲਯੁਗ ਹੈ। ਉਹ ਕਹਿੰਦੇ ਜੀ 36 ਯੁੱਗ ਬੰਦਗੀ ਗੁਰੂ ਨਾਨਕ ਸਾਹਿਬ ਜੀ ਦੀ। ਨਾਨਕ ਨਾਮ ਨਿਰੰਜਨ ਜਾਨੋ। ਨਿਰੰਜਨ ਮੈਲ ਤੋਂ ਰਹਿਤ, ਨਿਰੰਕਾਰ ਸਰੂਪ। 100 ਸਾਲ ਬੀਤ ਗਏ ਉਹਨੂੰ ਸੇਵਾ ਕਰਦੇ ਨੂੰ, ਇੰਦਰ ਨੂੰ। 100 ਸਾਲ ਜਦੋਂ ਲੰਘਿਆ ਨਾ ਜੀ ਸਮਾਂ, ਹੁਣ 100 ਸਾਲ ਥੋੜੇ ਥੋੜੀ ਹੁੰਦੇ ਆ। ਉੱਪਰ ਹੁਣ ਇੰਦਰਪੁਰੀ ਦਾ ਜਿਹੜਾ ਰਾਜ ਸੀ ਹਿੱਲਣ ਲੱਗਿਆ, ਬੜੇ ਰਾਖਸ਼ ਆਇਆ ਕਰਨ। ਹੁਣ ਕਿੰਨਾ ਕੁ ਟਾਈਮ ਉਹ ਰੱਖਿਆ ਕਰ ਸਕਦੇ ਦੇਵਤੇ? ਮੇਨ ਹੈਡ ਦਾ ਹੇਠਾਂ ਆਇਆ ਬੈਠਾ ਸੀ ਮਾਤ ਲੋਕ ਦੇ ਵਿੱਚ, ਗੁਰੂ ਨਾਨਕ ਦੇ ਘਰੇ ਸੇਵਾ ਕਰਨ। ਤੇ ਗੁਰਮੁਖੋ ਉਹ ਫਿਰ ਆਏ ਰੋਂਦੇ ਰੋਂਦੇ ਇੰਦਰ ਨੂੰ ਲੈਣ ਆਏ। ਜਦੋਂ ਨਾ ਗੁਰੂ ਨਾਨਕ ਦੇ ਘਰ ਦੇ ਵਿੱਚ ਲੱਭਦੇ ਫਿਰਦੇ ਆ ਕਿ ਮਿਲੇ ਇੰਦਰ। ਹੁਣ ਪਛਾਣ ਕਿੱਥੇ ਆਵੇ? ਕੋਲ ਦੀ ਲੰਘਣ ਲੱਗਿਆ ਜਦੋਂ ਕੱਪੜੇ ਪਾਟੇ ਪਏ ਸੀ, ਬੁਰਾ ਹਾਲ ਹੋਇਆ, ਪਛਾਣ ਚ ਨਾ ਆਵੇ। ਚਲੋ ਪਛਾਣ ਲਿਆ ਉਹਨਾਂ ਨੇ, ਬਾਂਹ ਪਕੜ ਲਈ। ਕਹਿੰਦੇ ਭਗਵਾਨ ਆਹ ਕੀ ਕਰਦਾ ਫਿਰਦਾ? ਕਿੱਥੇ ਉਹ ਇੰਦਰਪੁਰੀ ਦਾ ਰਾਜ, ਕਿੱਥੇ ਆ ਕੱਪੜੇ ਪਾਟੇ ਬੁਰਾ ਹਾਲ ਕਰਾਈ ਫਿਰਦਾ, ਇੱਥੇ ਕਰਦਾ ਕੀ ਆ ਤੂੰ? ਉਹਨਾਂ ਨੇ ਮੱਥੇ ਨੂੰ ਹੱਥ ਮਾਰਿਆ ਵੀ ਰੱਬ ਤੋਬਾ ਤੋਬਾ, ਇੰਨਾ ਕਠਨ ਤਪ, ਇੰਨੀ ਕਠਨ ਤਪੱਸਿਆ, ਇੰਨਾ ਬੁਰਾ ਹਾਲ ਅਸੀਂ ਤਾਂ ਸੋਚਿਆ ਹੀ ਨਹੀਂ ਸੀ। ਸਾਨੂੰ ਤਾਂ ਹੋਏ ਇਹ ਸੀਗਾ ਅਸੀਂ ਬੈਠਿਆ ਹੋਵਾਂਗਾ ਚਿੱਟੇ ਕੱਪੜੇ ਪਾ ਕੇ ਉੱਥੇ। ਉਹ ਕਹਿੰਦੇ ਨਹੀਂ, ਤੁਹਾਨੂੰ ਨਹੀਂ ਪਤਾ ਇੱਥੇ ਆਨੰਦ ਕੀ ਆ। ਉਹ ਕਹਿੰਦੇ ਜੋ ਮਰਜੀ ਆਨੰਦ, ਅਸੀਂ ਨੇ ਕੀ ਲੈਣਾ ਤੇਰੇ ਆਨੰਦ ਤੋਂ, ਤੂੰ ਉੱਪਰ ਚੱਲ, ਇੰਦਰਪੁਰੀ ਚ ਚੱਲ। ਉੱਥੇ ਰਾਖਸ਼ ਆਉਂਦੇ ਆ, ਇੰਦਰਪੁਰੀ ਦਾ ਬੁਰਾ ਹਾਲ ਹੋਇਆ ਪਿਆ ਉੱਥੇ। ਕਦੇ ਕੋਈ ਆ ਜਾਂਦਾ ਹੈ ਆਪਣੀ ਫੌਜ ਲੈ ਕੇ, ਕਦੇ ਕੋਈ ਆ ਜਾਂਦਾ, ਤਾਂ ਤੁਰ ਛੇਤੀ ਚੱਲੀਏ। ਉਹ ਕਹਿੰਦਾ ਮੈਂ ਨਹੀਂ ਜਾਂਦਾ, ਮੈਂ ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ? ਕਹਿੰਦਾ ਮੈਂ ਜਾਣੀ ਨਹੀਂ, ਤੁਹਾਨੂੰ ਕਹਿ ਦਿੱਤਾ ਤੁਸੀਂ ਜਾਓ, ਮੈਂ ਜਾਂਦਾ। ਉਹ ਕਹਿੰਦੇ ਜਾਣਾ ਪਏਗਾ ਭਗਵਾਨ। ਵੇਖ ਇਹ ਗੱਲ ਗਲਤ ਵੀ, ਜਾਣਾ ਪੈਣਾ ਤੈਨੂੰ। ਪਰਮਾਤਮਾ ਨੇ ਉੱਥੇ ਡਿਊਟੀ ਲੱਗੀ ਆ ਤੇਰੀ, ਉਹਨੂੰ ਸਾਂਭਣ ਦੀ, ਇੰਦਰਪੁਰੀ ਦੀ। ਜਾ ਕੇ ਤੂੰ ਸਾਹਮਣਾ ਤੁਰ ਉੱਥੇ। ਕਹਿੰਦੇ ਇਹੋ ਜਿਹਾ ਕੀ ਹੈ ਇੱਥੇ ਜਿਹੜਾ ਉੱਥੇ ਨਹੀਂ ਹੈਗਾ? ਉਰੇ ਤਾਂ ਤੂੰ ਬੁਰਾ ਹਾਲ ਹੋਇਆ ਪਿਆ ਤੇਰਾ। ਉੱਥੇ ਨਿਰਾ ਆਨੰਦ ਹੈ, ਪਸਰਾ ਨੱਚਦੀਆਂ ਨੇ, ਨਾਚ ਗਾਣਾ ਹੁੰਦਾ, 36 ਪ੍ਰਕਾਰ ਦੇ ਭੋਜਨ ਨੇ, ਬੜਾ ਆਨੰਦ ਹੈ। ਇੱਥੇ ਤੂੰ ਆ ਨਰਕਾਂ ਵਾਲੀ ਜ਼ਿੰਦਗੀ ਬਣਾ ਰੱਖੀ ਆ। ਉਹ ਆਖਣ ਲੱਗਿਆ ਤੁਹਾਨੂੰ ਨਹੀਂ ਪਤਾ ਇੱਥੇ ਕੀ ਆ। ਜੋ ਸੁਖ ਹਰ ਪ੍ਰਭ ਗੋਬਿੰਦ ਕੀ ਸੇਵਾ, ਗੁਰਬਾਣੀ ਕਹਿੰਦੀ ਹੈ ਜੋ ਸੁਖ ਹਰ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਉਹ ਕਹਿੰਦਾ ਭਾਈ ਜਿਹੜਾ ਆਨੰਦ ਆ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ, ਤੁਹਾਡੀ ਇੰਦਰਪੁਰੀ ਵਿੱਚ ਨਹੀਂ। ਆਖੋ ਸਤਨਾਮ। ਜਿਵੇਂ ਪਿੱਛੇ ਆਪਾਂ ਵਿਚਾਰਿਆ ਗੁਰੂ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਵਿੱਚ ਇੱਕ ਭੀਖਣ ਸ਼ਾਹ ਫਕੀਰ, ਜਦੋਂ ਉਹਨੇ ਬਾਜਾਂ ਵਾਲੇ ਦੇ ਦਰਸ਼ਨ ਕੀਤੇ ਨਾ, ਪਟਨਾ ਸਾਹਿਬ ਜਾ ਕੇ ਕੜਾਮ ਪਿੰਡ ਤੋਂ ਤੁਰਿਆ ਸੀ 1200 ਮੀਲ ਦੂਰ, ਨੰਗੇ ਪੈਰੀ ਆਪਣੇ ਚੇਲਿਆਂ ਨੂੰ ਨਾਲ ਲੈ ਕੇ। ਤਰਕਾਲਾਂ ਪੈ ਗਈਆਂ ਜਦੋਂ ਆਪਣੇ ਸਥਾਨ ਤੇ ਦੁਬਾਰਾ ਆਇਆ ਨਾ ਭੀਖਣ ਸ਼ਾਹ ਫਕੀਰ। ਉਹ ਕਹਿੰਦੇ ਫਕੀਰਾ ਤਰਕਾਲਾਂ ਪੈ ਗਈਆਂ, ਟਾਈਮ ਢਲ ਗਿਆ, ਨਮਾਜ਼ ਨਹੀਂ ਤੂੰ ਪੜ੍ਹੀ,
ਨਮਾਜ਼ ਨਹੀਂ ਤੂੰ ਪੜ੍ਹੀ, ਸਰਾ ਤੋਂ ਉਲਟ ਗੱਲ ਤੂੰ ਕੀਤੀ ਹੈ। ਚੜ੍ਹਦੇ ਵੱਲ ਨੂੰ ਸਜਦਾ ਕੀਤਾ, ਪੱਛਮ 'ਚ ਖੁਦਾ ਰਹਿੰਦਾ, ਤੂੰ ਚੜ੍ਹਦੇ ਵੱਲ ਨੂੰ ਸਜਦਾ ਕਰ ਆਇਆ, ਸਿਰ ਝੁਕਾ ਆਇਆ। ਇੱਕ ਬੱਚੇ ਦੇ ਸਿਰ ਚਰਨਾਂ 'ਚ ਸਿਰ ਝੁਕਾਇਆ ਤੂੰ, ਤੇ ਅੱਜ ਨਮਾਜ਼ ਨਹੀਂ ਪੜ੍ਹੀ, ਸਮਾਂ ਲੰਘਾ ਦਿੱਤਾ ਤੂੰ। ਸਰਾ ਤੋਂ ਉਲਟ ਗੱਲਾਂ ਕੀਤੀਆਂ ਨੇ, ਸਰਾ ਤੋਂ ਉਲਟ ਗੱਲਾਂ ਕੀਤੀਆਂ ਨੇ। ਤੈਨੂੰ ਮਸੀਤ 'ਚ ਨਹੀਂ ਵੜਨ ਦਿੱਤਾ ਜਾਣਾ, ਤੈਨੂੰ ਮਸੀਤ 'ਚ ਵਿੱਚ ਨਹੀਂ ਵੜਨ ਦੇਵਾਂਗੇ। ਤੇ ਉਹਨੇ ਆਖਿਆ ਸੀ, ਭਾਈ ਤੁਹਾਡੀ ਮਰਜ਼ੀ ਹੈ, ਤੁਹਾਡੀ ਮਸੀਤ ਮੇਰੇ ਬਾਜਾਂ ਵਾਲੇ ਨਾਲੋਂ ਵੱਡੀ ਨਹੀਂ, ਆਖੋ ਸਤਨਾਮ। ਇਸੇ ਤਰ੍ਹਾਂ ਉਹ ਕਹਿੰਦਾ, ਭਾਈ ਜਿਹੜਾ ਆਨੰਦ ਆ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ, ਉਹ ਤੁਹਾਡੀ ਇੰਦਰਪੁਰੀ 'ਚ ਨਹੀਂ। ਫਿਰ ਜਿਹੜਾ ਸਕੂਨ ਇੱਥੇ ਆਉਂਦਾ ਨਾ, ਜੇ ਬਾਣੀ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਮਨੋ, ਉਹ ਵੱਡੇ ਮਹਿਲ 'ਚ ਕਰੋੜਾਂ ਦੇ ਕੋਠੀ 'ਚ ਬਹਿ ਕੇ ਨਹੀਂ ਆਉਂਦਾ। ਇੱਕ ਕੁੱਲੀ ਦੇ ਵਿੱਚ ਹੀ ਮਹਾਰਾਜ ਦਾ ਸਰੂਪ ਹੋਵੇ, ਇੱਕ ਕੁੱਲੀ ਦੇ ਵਿੱਚ ਹੀ ਉੱਥੇ ਆਨੰਦ ਆਊਗਾ। ਜੇ ਕਰੋੜਾਂ ਅਰਬਾਂ ਖਰਬਾਂ ਦਾ ਬੰਗਲਾ, ਕੋਠੀ ਹੈ, ਮਹਿਲ ਹੈ ਗੁਰਮੁਖ, ਉੱਥੇ ਰੱਬ ਦਾ ਨਾਮ ਨਹੀਂ, ਬੰਦਗੀ ਨਹੀਂ ਪਰਮੇਸ਼ਰ ਦੀ, ਬਕਾਰ ਨੇ, ਤਰੰਗਾਂ ਨੇ, ਬਕਾਰਾਂ ਦੀਆਂ ਲਹਿਰਾਂ ਨੇ, ਉੱਥੇ ਆਨੰਦ ਨਹੀਂ ਆਏਗਾ। ਵੱਢ ਖਾਣ ਨੂੰ ਪਊਗਾ, ਘਰ ਐਡਾ ਵੱਡਾ ਪੈਂਦਾ ਹੁੰਦਾ। ਪਰ ਜੇ ਰੱਬ ਦਾ ਨਾਮ ਉੱਥੇ ਹੀ, ਕਹਿੰਦੇ ਜਿੱਥੇ ਨਾਮ ਜਪੀਏ ਮੇਰੇ ਪਿਆਰੇ, ਸੋ ਅਸਤਨ ਸੋਹਨ ਚੌਬਾਰੇ, ਅਸਤਲ ਸੋਹਨ ਚਵਾਰੇ। ਜਿੱਥੇ ਵੀ ਰੱਬ ਦੀ ਬੰਦਗੀ ਹੁੰਦੀ ਹੈ, ਉਹ ਚਵਾਰਾ ਜਾਂ ਕੱਖਾਂ ਦੀ ਕੁੱਲੀ ਹੈ, ਆਨੰਦ ਹੀ ਆਨੰਦ ਹੈ। ਤੇ ਜਿੱਥੇ ਰੱਬ ਦਾ ਨਾਮ ਨਹੀਂ, ਬੰਦਗੀ ਨਹੀਂ, ਗੁਰਮੁਖੋ ਗੁਰੂ ਨਾਨਕ ਦਾ ਨਾਮ ਨਹੀਂ ਆ, ਉਹ ਚਵਾਰਾ ਜਾਂ ਮਹਿਲ ਮਾੜੀਆਂ ਨੇ, ਕੱਖਾਂ ਦੀ ਕੁੱਲੀ ਹੈ, ਜੋ ਮਰਜ਼ੀ ਹੈ, ਪਰ ਉਹਦੇ ਵਰਗਾ ਕੋਈ ਨਰਕੇ ਨਹੀਂ ਆ। ਇਸ ਕਰਕੇ ਬਾਣੀ ਕਹਿੰਦੀ ਹੈ, ਭਾਈ ਜਹ ਕਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰ ਹਟ ਸਾਰਖੇ ਭੂਤ ਬਸੈ ਤਨ ਮਾਹੇ। ਜਿੱਥੇ ਰੱਬ ਦੀ ਪੂਜਾ ਨਹੀਂ, ਹਰੀ ਦੀ ਸੇਵਾ ਨਹੀਂ, ਰੱਬ ਦੇ ਪਿਆਰਿਆਂ ਦਾ ਵਾਸਾ ਨਹੀਂ ਆ, ਉਹ ਘਰ ਘਰ ਨਹੀਂ, ਉਹ ਮੜੀਆਂ ਨੇ। ਉੱਥੇ ਬੰਦੇ ਨਹੀਂ ਰਹਿੰਦੇ, ਉੱਥੇ ਭੂਤਾਂ ਰਹਿੰਦੀਆਂ ਨੇ। ਬੰਦੇ ਕੌਣ ਨੇ ਜੀ? ਬੰਦਾ ਕਿਹਨੂੰ ਆਖਿਆ? ਬੰਦਾ ਸਭ ਕੁਝ ਬਣ ਜਾਂਦਾ ਹੈ, ਵੱਡੇ ਵੱਡੇ ਅਹੁਦਿਆਂ ਤੇ ਪਦਵੀਆਂ ਤੇ ਪਹੁੰਚ ਜਾਂਦਾ ਹੈ, ਕੁਰਸੀਆਂ ਤੇ ਬਹਿ ਜਾਂਦਾ ਹੈ, ਬਣ ਜਾਂਦਾ ਅਫਸਰ ਵੱਡਾ ਸਾਰਾ। ਪਰ ਬੰਦਾ ਬਣਨਾ ਬਹੁਤ ਔਖਾ, ਬੰਦਾ ਬਣਨਾ ਬਹੁਤ ਔਖਾ ਹੈ। ਬੰਦਾ ਕੌਣ ਹੈ? ਬੰਦਾ ਹੋਏ ਸੋ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹਿ। ਬੰਦਾ ਹੁਕਮ ਪਛਾਨੈ ਏਕੋ ਜਾਣੈ, ਬੰਦਾ ਕਹੀਐ ਸੋਈ। ਜਿਹੜਾ ਉਹਦਾ ਹੁਕਮ ਪਛਾਣ ਲੈਂਦਾ ਪ੍ਰੇਮੀਓ, ਇੱਕ ਨੂੰ ਬੁੱਝ ਲੈਂਦਾ ਹੈ, ਉਹਦਾ ਹੁਕਮ ਪਛਾਣ ਲੈਂਦਾ, ਉਹ ਬੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਨਹੀਂ ਕਿਹਾ ਮੈਂ ਸੰਤਾਂ, ਮੈਂ ਗਿਆਨੀ ਆ, ਕਿਤੇ ਨਹੀਂ ਕਿਹਾ। ਆਪਣੇ ਆਪ ਨੂੰ ਦਾਸਨ ਦਾਸ, ਨਾਨਕ ਦਾਸ, ਜਨ ਨਾਨਕ, ਨਾਨਕ ਨੀਚ, ਤੇਰੇ ਚਾਕਰਾਂ ਪਾ ਖਾਕ, ਦਾਸਨ ਦਾਸ ਕਹੈ ਜਨ ਨਾਨਕ। ਦਾਸਾਂ ਦਾ ਦਾਸ, ਨੀਵਿਆਂ ਤੋਂ ਵੀ ਨੀਵਾਂ ਖਵਾਇਆ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਨੇ। ਫਿਰ ਇੱਕ ਦਿਨ ਐਸਾ ਆ ਗਿਆ, ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਲਿਖਣੀ ਪੈਗੀ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ। ਬਾਣੀ ਸਭ ਨੂੰ ਆਉਂਦੀ ਹੈ, ਇੰਨੀਆਂ ਆਹ ਤਾਂ ਤੁਕਾਂ ਨਹੀਂ ਆਮ ਜੀਆਂ ਨੇ ਜਿਹੜੀਆਂ ਆਪਾਂ ਪੜ੍ਹਨੇ ਸੁਣਦੇ ਆ, ਤਾਂ ਬੋਲ ਸਕਦੇ ਆ ਨਾ ਆਪਾਂ ਜੀ, ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ, ਐਵੇਂ ਆਉਂਦਾ ਆਨੰਦ। ਦੁਨੀਆ ਦੇ ਗੀਤ ਤਾਂ ਬੜਾ ਹੀ ਬੰਦਾ ਗਾ ਲੈਂਦਾ। ਹੁਣ ਦੇਖਦੇ ਆ ਵਿਆਹ ਚੱਲਦੇ ਆ, ਸਟੇਜਾਂ ਤੇ ਚੜ ਚੜ ਬੰਦਾ ਨੱਚਦਾ, ਨਾਲੇ ਨਾਲ ਨਾਲ ਗਾਉਂਦਾ, ਬੇਸ਼ੱਕ ਸਿਆਣੀ ਉਮਰ ਦੀ ਹੋਵੇ। ਬਥੇਰੇ ਦੇਖੇ ਆ ਬੁੱਢੇ ਬਜ਼ੁਰਗ ਨੱਚਦੇ ਚਿੱਟੀਆਂ ਦਾੜੀਆਂ ਵਾਲੇ, ਨਾਲੇ ਨਾਲ ਨਾਲ ਗਾਉਣਗੇ, ਨਾਲ ਡਾਂਸ ਕਰਨਗੇ, ਉਦਾਂ ਹੀ ਅੰਗ ਮੋੜਨਗੇ। ਇੱਥੇ ਆ ਕੇ ਉਹ ਰੱਬ ਰੱਬ ਕਰਨਾ ਬਹੁਤ ਔਖਾ ਹੋ ਜਾਂਦਾ। ਉਹੀ ਬਾਣੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਪੜ੍ਹਦੇ ਸੀ, ਉਹ ਬਾਣੀ ਸਾਨੂੰ ਅੱਜ ਤੱਕ ਯਾਦ ਨਹੀਂ ਹੋਈ। ਸ਼ਲੋਕ ਪੜ੍ਹਦੇ ਆਂਗੇ, ਪਵਨ ਗੁਰੂ ਪਾਣੀ ਪਿਤਾ, ਇਹ ਨਹੀਂ ਕਿਸੇ ਨੂੰ ਯਾਦ ਹੋਊ ਸ਼ੁੱਧ। ਮੂਲ ਮੰਤਰ ਨਹੀਂ ਕਿਸੇ ਨੂੰ ਪਤਾ, ਭਾਵ ਕਿਤੇ ਧਿਆਨ ਲਾਈ ਨਹੀਂ ਇੱਧਰ ਨੂੰ। ਦੂਜੇ ਗੀਤਾਂ ਗਿਆਨਾਂ ਵੱਲ ਜ਼ਰੂਰ ਹੋ ਜਾਂਦਾ ਧਿਆਨ। ਸਰੋਹ ਵਿਚਾਰ ਜਿੱਥੇ ਵੀ ਸਮਾਂ ਮਿਲਦਾ ਹੈ, ਬਜ਼ੁਰਗਾਂ ਨੂੰ, ਮਾਤਾਵਾਂ, ਭੈਣਾਂ, ਵੀਰਾਂ ਨੂੰ ਬੇਨਤੀ, ਜਿੱਥੇ ਵੀ ਸਮਾਂ ਮਿਲ ਜਾਣਾ, ਬਾਣੀ ਪੜ੍ਹਨ ਦਾ ਜਿਹੜੀ ਵਿਚਾਰ ਸਾਨੂੰ ਆਉਂਦੀ ਹੈ, ਬਾਣੀ ਤੁਕ ਸਾਨੂੰ ਚੇਤੇ ਆ, ਜ਼ਰੂਰ ਪੜ੍ਹ ਲਿਆ ਕਰੋ। ਇਹ ਉਹ ਗੀਤ ਨੇ, ਇਹ ਉਹ ਬਾਣੀ ਆ ਜਿਹਨੇ ਸਾਡਾ ਲੋਕ ਪਰਲੋਕ ਸਫਲਾ ਬਣਾ ਦੇਣਾ।
ਪਤਾ ਨਹੀਂ ਕਿਹੜਾ ਮਿੰਟ ਸਕਿੰਟ ਸਾਡਾ ਲੇਖੇ 'ਚ ਪੈ ਜਾਏ। ਕਿਉਂਕਿ ਆ ਜਿਹੜੇ ਕਰਮ ਧਰਮ ਜੇ ਨੇ ਨਾ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਨਿਰਵਾਣ ਇੱਕ ਨਿਮਖ ਭਰ ਵੀ ਮਨ ਕਰਕੇ ਜਪਿਆ ਹੋਇਆ, ਇੱਕ ਨਿਮਖ ਭਰ ਮਨ ਕਰਕੇ ਜਪਿਆ ਉਹ ਸਾਡਾ ਰੱਬ ਰੱਬ ਪੜ੍ਹੀ ਹੋਈ ਬਾਣੀ ਇੱਕ ਤੁਕ ਵੀ ਮਨ ਕਰਕੇ ਪ੍ਰਵਾਨ ਹੋ ਜਾਏਗੀ। ਉਹਦੀਆਂ ਨਜ਼ਰਾਂ 'ਚ ਸਾਡੀ ਕੋਈ ਕੀਮਤ ਬਣ ਜਾਣਗੀ। ਜਿਵੇਂ ਇੰਧਨ ਅਦਕ ਸਕੇਲੀਐ ਪਾਪ ਕਰਨ 'ਚ ਕਪਾਏ। ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਜਲਾਉਣ ਵਾਸਤੇ 2-4 ਕੁਆਂਟਲ ਅੱਗ ਦੀ ਲੋੜ ਨਹੀਂ ਹੁੰਦੀ। ਇੱਕ ਤਿਣਕਾ, ਇੱਕ ਤੀਲੀ, ਇੱਕ ਚੰਗਿਆਰੀ ਕਹਿ ਲਈਏ, ਅੱਗ ਦੀ ਸਾੜ ਕੇ ਉਹਨੂੰ ਸੁਆਹ ਕਰ ਦੂ। ਲੱਖ ਮਣ ਕਰ ਇਕੱਠੇ ਏਕ ਰੱਤੀ ਲੈ ਪਾਏ। ਲੱਖਾਂ ਮਣ ਢੇਰ ਹੋਣ ਲੱਕੜਾਂ ਦੇ, ਇੱਕ ਰੱਤੀ ਜਿੰਨੀ ਅੱਗ ਵੀ ਜਲਾ ਕੇ ਸਵਾਹ ਕਰ ਦੂ, ਇੰਨੀਆਂ ਲੱਕੜਾਂ ਨੂੰ। ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਪਾਵਰ ਹੈ, ਇਸੇ ਤਰ੍ਹਾਂ ਬਾਣੀ 'ਚ ਪਾਵਰ ਹੈ, ਸ਼ਕਤੀ ਹੈ। ਸਾਡਾ ਮਨ ਕਰਕੇ ਪੜ੍ਹਿਆ ਸੁਣਿਆ ਸੁਣਾਇਆ ਜੀ ਲੇਖੇ 'ਚ ਲੱਗ ਜਾਏ, ਕਬੂਲ ਹੋ ਜਾਏ। ਸਾਡੇ ਕੀਤੇ ਹੋਣ ਜਿੰਨੇ ਮਰਜ਼ੀ ਅਪਰਾਧ ਪਾਪ ਖਤਮ ਹੋ ਜਾਣਗੇ। ਜਿੱਥੇ ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਪੁੰਨ ਹੈ ਨਾ ਬਾਣੀ ਸੁਣਨ ਦਾ। ਆ ਗੁਰੂ ਦੀ ਬਾਣੀ ਸੁਣਨ ਦਾ ਕਰੋੜਾਂ ਪੁੰਨ ਹੈ। ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਪੁੰਨ ਮਿਲਦੇ ਆ ਜੇ ਮਨ ਕਰਕੇ ਬਾਣੀ ਸੁਣ ਲਈਏ, ਪੜ੍ਹ ਲਈਏ। ਤੇ ਨਾਲੇ ਮਹਾਰਾਜ ਕਹਿੰਦੇ ਜੀ ਕੋਟ ਅਪਰਾਧ ਮਿਟੈ ਹਰ ਸੇਵਾ। ਕਰੋੜਾਂ ਅਪਰਾਧ ਹੋ ਗਏ ਹੁਣ ਬੰਦੇ ਤੋਂ, ਉਹ ਮਿਟ ਜਾਂਦੇ ਨੇ ਜੇ ਗੁਰੂ ਦੇ ਵਚਨ ਕਮਾ ਲਿਆ ਆਖੋ ਸਤਨਾਮ। ਵਿਕਾਰਾਂ ਤੋਂ, ਮਾੜੀਆਂ ਬਿਰਤੀਆਂ ਤੋਂ ਤੌਬਾ ਕਰੇ ਵੀ ਅੱਗੇ ਤੋਂ ਨਹੀਂ ਕਰਨਾ। ਸਮਝ ਆ ਗਈ ਜਦੋਂ ਜੀਵਨ ਦੀ। ਤੇ ਉਹਨੇ ਕਿਹਾ ਭਾਈ ਮੈਂ ਨਹੀਂ ਜਾਂਦਾ, ਜਿਹੜਾ ਆਨੰਦ ਆ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ ਉਹ ਤੁਹਾਡੀ ਇੰਦਰਪੁਰੀ 'ਚ ਨਹੀਂ ਹੈ, ਨਹੀਂ ਹੈ। ਇੱਥੇ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਆਨੰਦ ਆ ਰਿਹਾ ਉਹ ਉੱਥੇ ਨਹੀਂ ਆਉਂਦਾ। ਭੱਜ ਜਾਓ। ਉਹ ਉਹਨਾਂ ਨੇ ਚਰਨ ਪਕੜ ਲਏ ਇੰਦਰ ਭਗਵਾਨ ਦੇ, ਕਹਿੰਦੇ ਚੱਲ ਵੀ ਜਾਣਾ ਪਏਗਾ। ਫਿਰ ਗੁਰਮੁਖੋ ਉਹ ਫਿਰ ਉਹਨੂੰ ਜਾਣਾ ਪਿਆ। ਉਹਦਾ ਜੀ ਨਹੀਂ ਸੀ ਕਰਦਾ। ਉਹ ਇੰਦਰਪੁਰੀ ਦਾ ਰਾਜਾ, ਸਭ ਤੋਂ ਅਮੀਰ ਬੰਦਾ ਤਿੰਨੇ ਲੋਕਾਂ 'ਚ, ਉਹ ਵੀ ਆ ਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਬੰਦੇ ਦਾ ਰੂਪ ਲੈ ਕੇ ਸੇਵਾ ਕਰ ਗਿਆ 100 ਸਾਲ। ਆ ਗੁਰੂ ਨਾਨਕ ਦੇ ਘਰ ਦੀ ਵਡਿਆਈ ਆ। ਤੇ ਸਾਨੂੰ ਤਾਂ ਮਿਲਿਆ ਹੋਇਆ ਸਰੀਰ ਰੂਪ, ਆ ਦੇਹ ਮਿਲੀ ਹੋਈ, ਅਸੀਂ ਕਦੋਂ ਲਾਹਾ ਲਵਾਂਗੇ। ਬਾਪੂ ਕਹਿੰਦਾ ਜੀ 184 ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਮਾਨਸ ਨੂੰ ਵਡਿਆਈ ਦਿੱਤੀ ਹੈ। ਫਿਰ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ ਪੌੜੀ ਹੈ, ਆਖਰੀ ਡੰਡਾ ਹੈ ਰੱਬ ਨਾਲ ਮਿਲਣ ਦਾ। ਜੇ ਇਥੋਂ ਖੁੰਝ ਗਏ ਫਿਰ ਦੁੱਖੇ ਪਾਵਾਂਗੇ, ਫਿਰ ਦੁੱਖੇ ਪਾਵਾਂਗੇ, ਦੁਬਾਰਾ ਨਹੀਂ ਮਿਲਣਾ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ। ਪੜਿਆ ਨਾ ਪਹਿਲਾਂ ਸ਼ਬਦ ਆਪਾਂ ਕਿ ਭਾਈ ਪ੍ਰਾਪਤ ਮਾਨੁ ਖੁਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਆਹੀ ਵਾਰੀ ਹੈ, ਹੋਰ ਨਹੀਂ ਮਿਲਣੀ। ਫਿਰ ਆਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿੱਥੇ ਸਾਡਾ ਕਲਯੁਗੀ ਮਨ ਆਉਣਾ ਨਹੀਂ ਚਾਹੁੰਦਾ, ਰੱਬ ਲੱਭ ਕਰ ਲਈਏ ਜੀ। ਜਾਣਾ ਸਭ ਨੇ ਹੈ ਇੱਕ ਦਿਨ, ਤੁਰਨਾ ਸਭ ਨੇ ਆ। ਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਉਹਦਾ ਹੁਕਮ ਹੈ। ਬੰਦਾ ਉਹਦੇ ਭਾਣੇ 'ਚ ਆਉਂਦਾ, ਉਹਦੇ ਭਾਣੇ 'ਚ ਚਲਾ ਜਾਂਦਾ ਹੈ। ਆਪਣੇ 'ਚੋਂ ਕੋਈ ਨਹੀਂ ਕਹਿ ਸਕਦਾ ਕਿ ਮੈਂ ਆਪਣੀ ਮਰਜ਼ੀ ਨਾਲ ਆਇਆ ਜੀ। ਕੋਈ ਕਹਿ ਸਕਦਾ ਕਿ ਆਪਣੀ ਮਰਜ਼ੀ ਨਾਲ ਜਨਮ ਲਿਆ? ਨਹੀਂ। ਤੇ ਜਿਸ ਦਿਨ ਜਾਣਾ ਉਹਦੇ ਵੀ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਜਾਣਾ। ਜਿਸ ਦਿਨ ਉਹਨੇ ਸੱਦਣਾ ਜਾਣਾ ਪਊਗਾ। ਤੁਕ ਪੜ੍ਹਦੇ ਆ ਨਾ ਭੋਗ ਤੇ ਆਪਾਂ ਕਿ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਇਹ ਨਹੀਂ ਹੈ ਕਿ ਤੁਕ ਦਾ ਸੰਬੰਧ ਭਾਈ ਮਗਰ ਸਿੰਘ ਨਾਲ, ਨਹੀਂ। ਉਹ ਤਾਂ ਸੁਣ ਹੀ ਨਹੀਂ ਰਿਹਾ, ਨਾ ਦੇਖ ਰਿਹਾ। ਇੱਕ ਦਿਨ ਆਪਣਾ ਵੀ ਏਦਾਂ ਹੀ ਹੋਊਗਾ। ਆਪਣੀ ਫੋਟੋ ਪਈ ਹੋਣੀ ਹੈ ਇੱਥੇ, ਨਾ ਮੈਂ ਸੁਣਨਾ ਨਾ ਮੈਂ ਦੇਖਣਾ। ਮੇਰੇ ਨਾਮ ਦਾ ਪ੍ਰੋਗਰਾਮ ਹੋਣਾ, ਮੇਰੀ ਗੈਰ ਹਾਜ਼ਰੀ ਹੋ, ਸਭ ਦਾ ਇੱਕ ਦਿਨ ਏਦਾਂ ਹੀ ਹੋਣਾ। ਉਹਨਾਂ ਦੇਖ ਰਿਹਾ ਨਾ ਸੁਣ ਰਿਹਾ। ਭੁਲੇਖਾ ਹੋਵੇ ਕਿ ਤੁਕ ਇਹਨੂੰ ਕਹਿੰਦੀ ਹੈ, ਭਾਈ ਮਗਰ ਸਿੰਘ ਨੂੰ ਨਹੀਂ। ਉਹ ਤਾਂ ਗਏ। ਇਹ ਤੁਕ ਦਾ ਸੰਬੰਧ ਸਾਡੇ ਨਾਲ ਹੈ ਕਿ ਸੱਜਣਾ ਸੁਣ ਲੈ ਧਿਆਨ ਨਾਲ। ਜਿਹਾ ਚੀਰੀ ਲਿਖਿਆ ਜਿਹੜਾ ਕਮਾਇਆ ਨਾ ਤੂੰ, ਤੇ ਆ ਹੁਕਮ ਕਮਾਏ ਜਿਹੜਾ ਤੂੰ ਕਰਕੇ ਆ ਤੈਨੂੰ ਮਿਲ ਰਿਹਾ, ਮਿਲੂਗਾ ਅੱਗੇ ਜਾ ਕੇ ਵੀ। ਫਿਰ ਘੱਲੇ ਆਵੇ
ਤੈਨੂੰ ਭੇਜਿਆ ਉਹਨੇ, ਤੈਨੂੰ ਭੇਜਿਆ ਮਾਤਲੋਕ ਦੇ ਵਿੱਚ, ਮੈਨੂੰ ਭੇਜਿਆ ਮਾਤਲੋਕ ਦੇ ਵਿੱਚ। ਇਹ ਮੈਂ ਸੋਚ ਲਾਂ, ਅੰਦਰ ਧਿਆਨ ਮਾਰ ਲਾਂ, ਆਪਣੇ ਝਾਤੀ ਮਾਰ ਲਾਂ ਅੰਦਰ, ਤੇ ਸੱਦੇ ਉੱਠੀ ਜਾ। ਜਿੱਦੇ ਉਹਨੇ ਸੱਦਣਾ ਉਹਦੇ ਤੁਰਨਾ ਪਊਗਾ। ਮੇਰੇ ਕੰਮ ਰਹਿੰਦੇ ਨੇ ਨਾ ਰਹਿੰਦੇ ਨੇ, ਇਹ ਆਪਣੀਆਂ ਖੇਡਾਂ ਨੇ, ਉਹਦੇ ਘਰ ਦੀਆਂ ਨਹੀਂ। ਇਹ ਉਹਦੀਆਂ ਗੱਲਾਂ ਨਹੀਂ ਕਿ ਬੰਦੇ ਦੇ ਕੰਮ ਰਹਿੰਦੇ ਆ ਜੀ, ਅਜੇ ਤਾਂ ਬੰਦੇ ਦੀ ਜਾਣ ਵਾਲੀ ਉਮਰ ਨਹੀਂ ਸੀਗੀ। ਸੋਚਨੇ ਆਪਾਂ, ਸੋਚੀ ਜਾਈਏ। ਉੱਥੇ ਨਹੀਂ ਜਿਵੇਂ ਆਪਣੀ ਮਰਜ਼ੀ ਆ ਨਾ, ਫਸਲ ਬੀਜਨੇ ਆਪਾਂ, ਕੱਚੀ ਵੱਢ ਲਈਏ ਪੱਕੀ ਵੱਢ ਲਈਏ, ਮਰਜ਼ੀ ਹੈ ਜੀ ਆਪਣੀ। ਇਸੇ ਤਰ੍ਹਾਂ ਜਿਸ ਕੀ ਵਕਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੈ। ਦੇਣ ਵਾਲਾ ਜਦੋਂ ਮਰਜ਼ੀ ਲੈ ਜੀ, ਕਿਹਦੇ ਨਾਲ ਰੋਸ ਕਰਨਾ ਭਾਈ। ਜਿਹਨੇ ਭੇਜਿਆ ਉਹਨੇ ਖਿੰਚ ਤੇਜ ਸਭ ਲੀਨਾ। ਇੱਕ ਦਿਨ ਤੇਜ ਪ੍ਰਤਾਪ ਜਿਹੜਾ ਚਿਹਰੇ ਦਾ ਸਰੀਰ ਦਾ ਸਭ ਖਿੱਚ ਲੈਣਾ। ਤਾਂ ਹੀ ਬਾਣੀ ਕਹਿੰਦੀ ਹੈ ਜੀ, ਜੱਜੈ ਜੋਤ ਹਿਰਲਈ ਤੇਰੀ ਮੂੜੇ, ਅੰਤ ਗਿਆ ਪਛਤਾਵੇਂਗਾ। ਜਿਸ ਦਿਨ ਤੇਰੀ ਜੋਤ ਖਿੱਚ ਲਈ ਨਾ ਅੰਦਰੋਂ ਪ੍ਰਮਾਤਮਾ ਨੇ, ਉਹ ਜਮ ਆ ਗਏ। ਜੱਜੈ ਜੋਤ ਹਿਰਲਈ ਤੇਰੀ ਮੂੜੇ, ਉਹ ਮੂਰਖ ਬੰਦਿਆ, ਅੰਤ ਗਿਆ ਪਛਤਾਵੇਂਗਾ। ਫਿਰ ਅੰਤ ਵੇਲੇ ਜਦੋਂ ਜਾਏਗਾ ਨਾ, ਪਛਤਾਏਗਾ। ਇੱਕ ਸ਼ਬਦ ਤੂੰ ਚੀਨਿਆ ਨਾਹੀਂ, ਫਿਰ ਫਿਰ ਜੂਨੀ ਆਵੇਂਗਾ। ਇੱਕ ਸ਼ਬਦ ਦਾ ਚਿੰਤਨ ਨਹੀਂ ਕਰਦਾ ਗੁਰੂ ਨਾਨਕ ਦੇ, ਗੁਰੂ ਨਾਨਕ ਦੇ ਬਚਨਾਂ ਦਾ ਚਿੰਤਨ ਨਹੀਂ ਕਰਦਾ। ਉਹ ਇੰਦਰਪੁਰੀ ਦਾ ਰਾਜਾ ਆ ਕੇ ਕਰ ਗਿਆ ਸੰਸਾਰ 'ਚ, ਤੇ ਤੈਨੂੰ ਤਾਂ ਫਿਰ ਵੀ ਸਰੀਰ ਮਿਲਿਆ ਹੋਇਆ, ਦੇਹ ਮਿਲੀ ਹੈ, ਤੂੰ ਇਹਨੂੰ ਵਿਕਾਰਾਂ ਵਿੱਚ ਕੌਡੀਆਂ ਦੇ ਭਾਅ ਵੇਚਦਾ ਫਿਰਦਾ ਕਿ ਚਾਰ ਗਵਾਇਆ ਸੋਏ ਕੈ, ਚਾਰ ਗਵਾਇਆ ਖਾਏ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਰਹਿਣ ਗਵਾਈ ਸੋਏ ਕੈ, ਦਿਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਂਦਾ ਨਾ ਜੀ। ਕੌਡੀਆਂ ਦੇ ਭਾਅ ਵਿਕਾਰਾਂ 'ਚ ਵੇਚੀ ਜਾਂਦਾ ਬੰਦਾ, ਰੱਬ ਰੱਬ ਨਹੀਂ ਕਰਦਾ ਮਨ ਕਰਕੇ। ਐਨੀ ਚੜੀ ਹੋਈ ਹੈ ਜੋਬਨ ਧਨ ਪ੍ਰਭਤਾ ਕੈ ਮਦ ਮੈਂ, ਐਨਿਸ ਰਹਿ ਦੀਵਾਨਾ। ਧਨ ਦਾ ਮਾਣ ਹੰਕਾਰ, ਦੀਵਾਨਾ ਝੱਲਾ ਹੋ ਗਿਆ ਬੰਦਾ। ਜਵਾਨੀ ਦਾ ਮਾਣ ਹੰਕਾਰ ਹੈ, ਪ੍ਰਭਤਾ ਦਾ ਮੇਰੇ ਕੋਲ ਸ਼ਕਤੀ ਹੈ, ਪਾਵਰ ਹੈ, ਕਰੀ ਜਾ। ਜਿਸ ਆਸਣ ਹਮ ਬੈਠੇ ਕਹਤੇ ਵੈਸੇ ਗਏ ਆਸਣ ਕੁਰਸੀ। ਆ ਇੱਥੇ ਆ ਜਗ੍ਹਾ ਤੇ ਪਤਾ ਨਹੀਂ ਕਿੰਨੇ ਬਹਿ ਕੇ ਕਥਾ ਕਰਕੇ ਤੁਰ ਗਏ, ਕੁਰਸੀ ਨੇਤਾ ਬਣ ਗਏ। ਪਤਾ ਨਹੀਂ ਕਿੰਨੇ ਕੁ ਬਹਿ ਕੇ ਤੁਰ ਗਏ, ਮੈਂ ਵੀ ਤੁਰ ਜਾਣਾ ਜੀ। ਘਰ ਆਸਣ ਪਤਾ ਨਹੀਂ ਕਿੰਨੇ ਕੁ ਬਹਿ ਕੇ ਤੁਰ ਗਏ। ਜਿਹੜੇ ਘਰਾਂ 'ਚ ਆਪਾਂ ਰਹੇ ਨੇ, ਪਤਾ ਨਹੀਂ ਕਿੰਨੀਆਂ ਕੁ ਵਾਰੀ ਉੱਥੇ ਮੜੀਆਂ ਬਣ ਚੁੱਕੀਆਂ ਨੇ। ਕਿਤੇ ਵੈਸ ਗਏ, ਕਿੰਨੇ ਬਹਿ ਕੇ ਤੁਰ ਗਏ ਨੇ। ਵਾਧੂ ਦੀ ਮੈਂ ਮੇਰੀ। ਇੱਕ ਦਿਨ ਖੇਡ ਖਤਮ, ਚੱਕ ਕੇ ਘਰ ਦੇ ਲੱਕੜਾਂ 'ਚ ਧਰ ਦੇਣਾ ਮੈਨੂੰ। ਲਓ ਜੀ, ਫਿਰ ਜਬ ਕਛ ਨਾ ਸੀ ਉਹ ਤਬ ਕਿਆ ਕਰਤਾ, ਕਬਨ ਕਰਮ ਕਰੇ ਆਇਆ। ਕਿਹੜਾ ਕਰਕੇ ਆਇਆ ਸੋਚ ਲੈ। ਇੱਕ ਸ਼ਬਦ ਤੂੰ ਚੀਨੇ ਨਹੀਂ, ਫਿਰ ਫਿਰ ਜੂਨੀ ਆਵੇਂਗਾ। ਨਹੀਂ ਦੁਬਾਰਾ ਦੁਬਾਰਾ ਜੂਨੀਆਂ ਚ ਆਏਗਾ। ਉਹ ਦੇ ਤੈਨੂੰ ਜਿਹੜੀ ਮਿਲ ਗਈ ਹੈ ਮੂਰਖ ਬੰਦਿਆ, ਉਹਦਾ ਲਾਹਾ ਲੈ ਲੈ, ਰੱਬ ਰੱਬ ਕਰ ਲਿਆ ਕਰ। ਉਹ ਜਿਹੜੀ ਦੇਹ ਨੂੰ ਆ ਦੇਵਤੇ ਵੀ ਸਿਮਰਦੇ ਆ, ਖਤਮ ਉਹਨਾਂ ਨੇ ਵੀ ਹੋਣਾ ਜੀ ਇੱਕ ਦਿਨ। ਅਮਰ ਨਹੀਂ ਹੈ ਉਹ, ਇਹ ਸੋਚੀ ਵੀ ਦੇਵੀ ਦੇਵਤੇ ਅਮਰ ਨੇ, ਨਹੀਂ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ, ਅੰਤ ਫਸੇ ਜਮ ਫਾਸ ਭਰੇਂਗੇ। ਦਸਮ ਦਵਾਰ ਦਸ਼ਮੇਸ਼ ਪਿਤਾ ਕਹਿੰਦੇ ਆ ਜੀ। ਉਹ ਕਹਿੰਦੇ ਆ ਜੀ, ਬ੍ਰਹਮ ਪੁਲ ਨੇਚਲ ਨਹੀਂ ਰਹਿਣਾ, ਸਿਵਪੁਰੀ ਗਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਤਾਲਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਨਾ ਤਾਂ ਇੰਦਰਪੁਰੀ ਰਹਿਣੀ ਹੈ, ਨਾ ਬਿਸ਼ਨਪੁਰੀ ਰਹਿਣੀ ਹੈ, ਨਾ ਬ੍ਰਹਮਪੁਰੀ ਰਹਿਣੀ ਹੈ, ਨਾ ਆ ਕੈਲਾਸ਼ਪੁਰੀ ਰਹਿਣੀ ਹੈ, ਸ਼ਿਵ ਜੀ ਦੀ ਪੁਰੀ ਜਿਹੜੀ ਸ਼ਿਵਪੁਰੀ, ਉਹਨਾਂ ਉਹ ਰਹਿਣੀ ਹੈ। ਸਭ ਉਹਨਾਂ ਦੀ ਵੀ ਉਮਰ ਹੈ। ਇੱਥੋਂ ਤੱਕ ਜਿਹੜੇ ਚੰਦਰਮਾ, ਸੂਰਜਾ, ਧਰਤੀ ਆਪਾਂ ਵੇਖਣਾ ਨਾ, ਤਾਰੇ, ਇਹ ਵੀ ਖਤਮ ਹੋਣਗੇ ਇੱਕ ਦਿਨ। ਅਰਬਦ ਧਰਬਦ ਧੁੰਦੂ ਕਾਰਾ, ਕੁਛ ਵੀ ਨਹੀਂ, ਘੁੱਪ ਹਨੇਰਾ ਹੈ। ਇੱਕ ਮਾਲਕੀ ਸੱਚ ਹੈ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਫਟੈ, ਕਦੇ ਪੁਰਾਣਾ ਨਹੀਂ ਹੁੰਦਾ ਉਹ। ਜਿਹੜਾ ਫਿਰ ਉਹਦੇ ਨਾਲ ਸੀਤਾ ਗਿਆ ਨਾ, ਪ੍ਰਮਾਤਮਾ ਨਾਲ, ਜਿਹਨੇ ਆਪਣੇ ਆਪ ਨੂੰ ਸਿਉਂ ਲਿਆ, ਉਹ ਕਦੇ ਫਿਰ ਫਟਦਾ ਨਹੀਂ। ਆਪਣੇ ਆਪ ਨੂੰ ਉਹਦੇ ਨਾਲ ਸੀਮਣ ਹੈ। ਇੱਥੇ ਸਭ ਜਾਣਗੇ ਕਿ ਦਿਨ ਰੱਬ ਚਲੇ, ਨਿਸ ਸਸ ਚਲੇ, ਤਾਰਕਾ ਲੱਖ ਪਲੋਏ, ਮਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਚੰਦਰਮਾ ਵੀ ਤੁਰਿਆ ਜਾਂਦਾ ਹੈ, ਧਰਤੀ ਵੀ ਤੁਰੀ ਜਾਂਦੀ ਹੈ, ਸੂਰਜ ਵੀ ਤੁਰਿਆ ਜਾਂਦਾ ਹੈ, ਪਾਣੀ ਤੁਰਿਆ ਜਾਂਦਾ ਹੈ, ਤਾਰੇ ਤੁਰੇ ਜਾਂਦੇ ਨੇ, ਸਭ ਕੁਝ ਆਕਾਸ਼ ਵੀ ਤੁਰਿਆ ਜਾਂਦਾ ਹੈ। ਪ੍ਰੇਮੀਓ, ਇੱਕ ਮਾਲਕ ਸਥਿਰ ਹੈ। ਇੱਕ ਸਾਡਾ ਮੁਕਾਮ ਜਿਹੜਾ ਉਹਦੇ ਚਰਨ ਨੇ, ਉਹਦੇ ਚਰਨਾਂ 'ਚ ਪਹੁੰਚਣਾ। ਇਸ ਕਰਕੇ ਸਰੀਰ ਮਿਲਿਆ,
ਇਹਨੂੰ ਜਾਈ ਨਾ ਗਵਾਈਏ। ਉਹ ਦੇਵਤੇ ਵੀ ਲੋਚਦੇ ਨੇ ਇਹਨੂੰ, ਜਿਹੜਾ ਸਾਨੂੰ ਮਿਲਿਆ, ਜਿਹਨੂੰ ਅਸੀਂ ਕੌਡੀਆਂ ਦੇ ਭਾਅ ਗਵਾ ਰਹੇ ਹਾਂ। ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਆਹੀ ਲਾਹ ਹੈ ਅਸਲ ਦੇ ਵਿੱਚ ਸੰਸਾਰ ਚ ਆ ਕੇ ਮਾਨਸ ਸਰੀਰ ਦਾ, ਦੇਹ ਦਾ ਰੱਬ ਰੱਬ ਕਰਨਾ। ਨਹੀਂ ਫਿਰ ਆਵੈ ਅਬ ਨਾ ਭਜਸ, ਅਬ ਨਾ ਭਜਸ ਭਜੋ ਕਬ ਭਾਈ। ਉਹ ਕਹਿੰਦਾ ਸੱਜਣਾ, ਜੇ ਹੁਣ ਨਹੀਂ ਨਾ ਤੂੰ ਸਿਮਰ ਸਕਦਾ, ਉਹਨੂੰ ਸੁੱਧ ਬੋਲ ਸਕਦਾ ਹੈ, ਤੁਰ ਸਕਦਾ, ਮੈਂ ਵੇਖ ਸਕਦਾ, ਸੁਣ ਸਕਦਾ, ਮੈਂ ਸਰੀਰ ਕੰਮ ਕਰਦਾ ਪੂਰਾ, ਨਵੀਂ ਜਾਨ ਹੈ, ਆਪਣੀ ਮਰਜ਼ੀ ਨਾਲ ਉੱਠ ਸਕਦਾ, ਜਵਾਨੀ ਹੈ, ਨਵੀਂ ਜਾਨ ਹੈ। ਅਬ ਨਾ ਭਜਸ ਭਜਸ ਕਬ ਭਾਈ, ਜੇ ਤੂੰ ਹੁਣ ਨਹੀਂ ਨਾ ਸਿਮਰਦਾ, ਉਹਨੂੰ ਕਦੋਂ ਭਜੇਗਾ, ਕਦੋਂ ਸਿਮਰੇਗਾ? ਫਿਰ ਆਵੇ ਅੰਤ ਨਾ ਭਜਿਆ ਜਾਈ। ਜਦੋਂ ਅੰਤ ਆ ਗਿਆ ਨਾ ਸਜਣਾ, ਮੌਤ ਆ ਗਈ, ਮਲਕਲ ਮੌਤ ਜਾ ਆਪਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌ ਜਣਿਆਂ ਦਾ ਕੰਨ, ਰਿਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗੇ ਆਵੇ ਕੰਮ। ਜਿਹੜੇ ਸੰਸਾਰ 'ਚ ਰਹਿ ਕੇ ਚੰਗੇ ਅਮਲ ਕਮਾਵਾਂਗੇ ਨਾ, ਉਹ ਦਰਗਾਹ 'ਚ ਕੰਮ ਆਉਣਗੇ। ਇਸ ਕਰਕੇ ਆਪਣੇ ਪਿਆਰੇ ਭਾਈਆਂ ਨੇ ਅੱਗੇ ਬੰਨ ਦੇਣਾ ਸਾਨੂੰ, ਕੱਲੇ ਕੱਲੇ ਨੂੰ ਚੱਲ ਬਈ ਅੱਗੇ ਹੁਣ ਕੱਲੇ ਹੀ। ਭਾਵ ਜਦੋਂ ਅੰਤ ਆ ਗਿਆ, ਉਦੋਂ ਫਿਰ ਭਜਿਆ ਨਹੀਂ ਜਾਣਾ, ਉਦੋਂ ਉਹਨੂੰ ਸਿਮਰਿਆ ਨਹੀਂ ਜਾਣਾ, ਉਦੋਂ ਤਾਂ ਹੱਥਾਂ ਪੈਰਾਂ ਦੀ ਪੈ ਜਾਣੀ ਹੈ। ਜਿੰਦਨ ਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਕਿ ਭਾਈ ਜਦੋਂ ਉਹ ਆਉਂਦਾ ਨਾ ਜੀ, ਸਮਾਂ ਆਉਂਦਾ ਬੰਦੇ ਦਾ ਆਖਰੀ, ਤਨ ਕੱਪੈ ਤਨ ਮਰੋੜੈ, ਹੱਥ ਮਰੋੜੈ ਤਨ ਕਪੈ, ਸਹਿਓ ਹੋਆ ਸੇਤ। ਹੱਥ ਬੰਦਾ ਮਰੋੜਦਾ, ਫਿਰ ਤਨ ਸਰੀਰ ਕੰਬਣ ਲੱਗ ਜਾਂਦਾ ਹੈ। ਸਿਆਹੋ ਹੋਆ ਸੇਤ, ਬੱਗਾ ਕੇ ਲਈ, ਨੀਲਾ ਕੇ ਲਈ, ਚਿੱਟਾ ਕੇ ਲਈਏ, ਉਦੋਂ ਆ ਸਰੀਰ ਬੱਗਾ ਪੀਲਾ ਪੈ ਜਾਂਦਾ ਜਮਾ। ਆਪਾਂ ਕਹਿੰਦੇ ਵੀ ਠੰਡਾ ਹੋ ਗਿਆ, ਅੱਗੇ ਆ ਹੁਣ ਉਹੀ ਹੁੰਦਾ ਹੈ ਜਿਹਦੇ ਨਾਲ ਅਸੀਂ ਹੱਸਦੇ ਖੇਡਦੇ ਹਾਂ, ਬੋਲਦੇ ਚੱਲਦੇ ਹਾਂ, ਮੁੜ ਕੇ ਉਹ ਬੋਲਦੇ ਨਹੀਂ, ਇੱਕ ਦਿਨ ਉਹ ਆ ਜਾਣਾ। ਸੋ ਗੁਰਮੁਖੋ, ਅੰਤ ਆਉਣ ਤੋਂ ਪਹਿਲਾਂ ਪਹਿਲਾਂ, ਅਖੀਰ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਰੱਬ ਰੱਬ ਕਰ ਲਈਏ। ਨਹੀਂ ਫਿਰ ਪੜ੍ਹਦੇ ਸੁਣਦੇ ਆਪਾਂ, ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਫਿਰ ਪਾਛੋਂ ਪਛਤਾਓਗੇ, ਪ੍ਰਾਣ ਜਾਏਂਗੇ। ਬਾਣੀ ਕਹਿੰਦੀ ਫਿਰ ਪਛਤਾਏਗਾ ਜਦੋਂ ਪ੍ਰਾਣ ਛੁੱਟ ਗਏ, ਦੇਹ ਨਿਕਲ ਗਈ। ਸਮਾਂ ਜਾਈ ਨਾ ਗਵਾਈਏ, ਸਰੀਰ ਮਿਲਿਆ, ਦੇਵਤੇ ਵੀ ਲੋਚਦੇ ਨੇ ਆ ਸਰੀਰ ਨੂੰ, ਇਹਨੂੰ ਕੌਡੀਆਂ ਦੇ ਭਾਅ ਨਾ ਜੀ ਵੇਚੀ ਆਓ, ਭੁੱਲਾਂ ਤੋਂ ਖਿਮਾ। ਇੱਥੇ ਸਮਾਪਤੀ ਹੈ। ਮਾਲਕ ਮਿਹਰ ਕਰੇ, ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਆਓ ਜੀ ਰਲ ਮਿਲ ਕਰਕੇ ਮਾਲਕ ਦੇ ਚਰਨਾਂ 'ਚ ਵਿਛੜੀ ਰੂਹ ਦੇ ਨਿਮਰਤਾ ਅਰਦਾਸ ਸੇ ਬੇਨਤੀ ਕਰੀਏ। ਅੱਗੋਂ ਸੁਣਦਾ ਜਾਂ ਨਾ ਸੁਣਦਾ ਉਹਦੀ ਮਰਜ਼ੀ ਆ, ਆਪਣਾ ਫਰਜ਼ ਹੈ ਬੇਨਤੀ ਕਰਨਾ, ਸੁਣਨਾ ਨਾ ਸੁਣਨਾ, ਮਨਜ਼ੂਰ ਕਰਨਾ ਨਾ ਕਰਨਾ, ਉਹ ਉਹਦੀ ਰਜ਼ਾ ਹੈ ਜੀ, ਉਹਦੀ ਮਰਜ਼ੀ ਹੈ। ਰੋਜ਼ ਪੜ੍ਹਨੇ ਸੁਣਨੇ ਆਪਾਂ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਉੱਥੇ ਚੰਗੇ ਮਾੜੇ ਕਰਮਾਂ ਦੇ ਲੇਖੇ ਨੇ ਬੰਦੇ ਦੇ, ਚੰਗੇ ਮਾੜੇ ਕਰਮ ਵਾਚੇ ਜਾਣਗੇ। ਵਾਚੈ ਧਰਮ ਹਦੂਰ, ਫਿਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਉੱਥੇ ਆਪੋ ਆਪਣੇ ਕਰਮਾਂ ਦੇ ਨਿਬੇੜਦੇ। ਕੋਈ ਦੂਰ ਹੋ ਜਾਂਦਾ ਜੀ ਮਾੜਿਆਂ ਵਾਲਾ, ਜਿਹਦੇ ਚੰਗੇ ਨੇ ਨੇੜੇ ਹੋ ਜਾਂਦਾ, ਕਿਉਂਕਿ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉੱਥੇ ਆਪੋ ਆਪਣੇ ਕਰਮਾਂ ਦਾ ਸੰਬੰਧ ਹੈ, ਵਿਚਾਰ ਹੋਏਗੀ, ਕਿਉਂਕਿ ਉਹ ਆਪ ਸੱਚਾ ਹੈ, ਉਹਦੇ ਦਰਬਾਰੀ ਵੀ ਸੱਚੇ ਨੇ। ਉੱਥੇ ਸਾਡੇ ਕਰਮਾਂ ਦੀ ਵਿਚਾਰ ਹੋਏਗੀ। ਬੈ ਲੇਖਾ ਕਰ ਸਮਝਾਇਆ, ਆ ਜਾ ਭਈਆ ਕੁਛ ਤੂੰ ਕੀਤਾ ਹੈ। ਅੱਗੇ ਉਹਦੀ ਮਰਜ਼ੀ ਹੈ, ਸੁਣਦਾ ਜਾਂ ਨਾ ਸੁਣਦਾ। ਕਰਮ ਬੰਦੇ ਦੇ ਕਿਹੋ ਜਿਹੇ ਨੇ, ਜਿਹੜਾ ਗਿਆ ਗਿਆ ਉਹਦੇ ਨਾਲ ਗਏ, ਅੱਗੇ ਕੀ ਰਹਿਤ ਹੁੰਦੀ ਹੈ ਜਾਂ ਨਾ ਹੁੰਦੀ ਹੈ। ਨਾਲੇ ਸਰ ਆਪਾਂ ਨੂੰ ਕਿਹੜਾ ਫਿਰ ਚਿੱਠੀ ਆਉਂਦੀ ਜਿਹਦੀਆਂ ਆਪਾਂ ਬੇਨਤੀਆਂ ਕਰਦੇ ਹਾਂ ਵੀ ਉਹਦੇ ਨਾਲ ਰਹਿਤੀ ਹੋ ਗਈ ਜਾਂ ਨਾ ਹੈਗੀ, ਹੋ ਗਈ ਸਾਡੀ, ਉਹਨੇ ਬੇਨਤੀ ਸੁਣ ਲਈ ਜਾਂ ਨਾ ਸੁਣ ਲਈ, ਕੋਈ ਜਵਾਬ ਨਹੀਂ ਮਿਲਦਾ। ਫਿਰ ਗੁਰਮੁਖੋ ਅੰਤ ਵੇਲੇ ਵੀ ਫਿਰ ਉਸੇ ਦਾ ਸਫਲਾ ਹੁੰਦਾ ਹੈ ਜਿਹਨੇ ਸਮਾਂ ਰਹਿੰਦੇ ਜਪਿਆ ਹੁੰਦਾ ਹੈ, ਸਮਾਂ ਰਹਿੰਦੇ ਜਿਹੜਾ ਸੁਧਰਿਆ ਹੁੰਦਾ ਹੈ। ਆਓ ਜੀ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ, ਅੰਦਰ ਦੀਆਂ ਜਿਹੜੀਆਂ ਮਾੜੀਆਂ ਬਿਰਤਾਂ ਖਿਆਲਾਤ ਜਿਹੜੇ ਨੇ, ਵਿਕਾਰ ਜਿਹੜੇ ਨੇ, ਉਹਨਾਂ ਨੂੰ ਭਜਾਈਏ, ਸ਼ੁਭ ਕਰਮ ਕਰੀਏ, ਗੁਰੂ ਵਾਲੇ ਬਣੀਏ, ਭਾਈ ਖੰਡੇ ਕੀ ਪੋਲ ਛਕੀਏ, ਗੁਰਬਾਣੀ ਦੇ ਲੜ ਲੱਗੀਏ, ਗੁਰੂ ਦੇ ਲੜ ਲੱਗੀਏ। ਸਤਿਗੁਰਾਂ ਦਾ ਇਹ ਹੁਕਮ ਹੈ। ਆਓ ਜੀ ਸਰੀਰ ਦਾ ਲਾਹਾ ਲਈਏ, ਜੀਭ ਦਾ ਲਾਹਾ ਲਈਏ, ਅੱਖਾਂ ਦਾ ਕੰਨਾਂ ਦਾ ਲਾਹਾ ਲਈਏ। ਅਸਲੀ ਕੰਮ ਵੀ ਇਹਨਾਂ ਤੋਂ ਲੈਣਾ ਕੀ ਹੈ, ਕੱਲੇ ਕੱਲੇ ਅੰਗ ਦਾ
ਅੱਖਾਂ ਤੋਂ ਕੀ ਕੰਮ ਲੈਣਾ, ਕੰਨਾਂ ਤੋਂ ਕੀ ਕੰਮ ਲੈਣਾ, ਨੱਕ ਤੋਂ ਕੀ ਕੰਮ ਲੈਣਾ, ਜੀਭ ਤੋਂ ਕੀ ਕੰਮ ਲੈਣਾ, ਬੁੱਲਾਂ ਤੋਂ ਕੀ ਕੰਮ ਲੈਣਾ, ਕਿਹੋ ਜਿਹੇ ਬਚਨ ਬੋਲਣੇ ਆ, ਕੀ ਸੋਚਣਾ, ਕਿਵੇਂ ਦਾ ਸੋਣਾ, ਕਿਵੇਂ ਦਾ ਖਾਣਾ ਬੰਦੇ ਦਾ, ਸਭ ਕੁਝ ਗੁਰੂ ਸਾਹਿਬ ਜੀ ਨੇ ਲਿਖਿਆ। ਜਵਾਬ ਮਿਲਣਗੇ ਗੁਰਬਾਣੀ ਜੋ ਜਿੱਦੇ ਪੜਾਂਗੇ। ਪੜਦੇ ਨਹੀਂ, ਸੁਣਦੇ ਨਹੀਂ, ਮਰਜ਼ੀ ਆਪਣੀ। ਆਓ ਜੀ ਅਸਲ ਲਾਹਾ ਲਈਏ। ਇਹ ਜਿਹੜੇ ਇੰਦਰੇ ਮਾਲਕ ਨੇ ਸਾਨੂੰ ਬਖਸ਼ੇ ਆ, ਇਹਨਾਂ ਤੋਂ ਅਸਲ ਲਾਹਾ ਲੈਣ ਦੀ ਕੋਸ਼ਿਸ਼ ਕਰੀਏ। ਇੱਥੇ ਆਇਆਂ ਦਾ ਸਮਾਂ ਸਫਲਾ ਕਰੇ ਸੱਚੇ